ਲੋਕ ਇਹ ਪੁੱਛਣਾ ਚਾਹੁੰਦੇ ਨੇ ਵੀ ਕਦੋਂ ਕੁ ਮੁੱਕੂਗਾ, ਕਦੇ ਤੁਸੀਂ ਵੀ ਆਪਣੇ ਆਪ ਦੇ ਵਿੱਚ ਜਿਹੜੀਆਂ ਤੁਸੀਂ ਕਈ ਵਾਰੀ ਜਦਾਂ ਨੇ ਤੁਹਾਡੀਆਂ ਲੋਕ ਕਹਿੰਦੇ ਨੇ ਉਹ ਛੱਡੋਗੇ ਕਿ ਨਹੀਂ? ਉਹਨਾਂ ਨੂੰ ਪਹਿਲਾਂ ਕਹਿਣ ਭਾਈ ਅਮਰੀਕ ਸਿੰਘ ਜਨਾਲਾ ਜਾਂ ਹਰਨਾਮ ਸਿੰਘ ਧੁੰਮਾ ਤੁਹਾਨੂੰ ਅਥਾਰਟੀ ਕਿਹਨੇ ਦਿੱਤੀ ਹੈ? ਬੰਦੇ ਮਾਰੋ, ਇਹਦੀਆਂ ਗੱਡੀਆਂ ਤੋੜਨ ਤੱਕ ਜਾਂਦੇ ਆ, ਤੁਸੀਂ ਪ੍ਰੋਗਰਾਮ ਰੋਕਦੇ ਆ। ਯੋ ਰਣਜੀਤ ਸਿੰਘ ਤੇਰੀ ਕੀ ਔਕਾਤ ਹੈ? ਕੱਲ ਦਾ ਜਵਾਕ ਹੈ, ਤੂੰ ਕੌਣ ਹੈ ਪਰੰਪਰਾ ਦੇ ਉੱਤੇ ਜਾਂ ਇਹਨਾਂ ਦੇ ਸਵਾਲ ਕਰਨ ਵਾਲਾ? ਠੀਕ ਹੈ, ਇਹਨਾਂ ਨੂੰ ਗੁੰਡੇ ਕਹਿਣਾ, ਤੂੰ ਐਡੀ ਵੱਡੀ ਜਥੇਬੰਦੀ ਹੈ। ਜਿਸ ਤਰਕ ਦੇ ਨਾਲ ਅਸੀਂ ਗੱਲ ਤੁਸੀਂ ਕਰ ਰਹੇ ਹੋ, ਉਸ ਤਰਕ ਦੇ ਨਾਲ ਅਸੀਂ ਸਾਰੀਆਂ ਗੱਲਾਂ ਕਰੀਏ ਨਾ ਤਾਂ ਸਾਡੇ ਗੁਰੂ ਸਾਹਿਬਾਨਾਂ ਤੇ ਵੀ ਲੋਕ ਸਵਾਲ ਚੱਕਣਾ ਸ਼ੁਰੂ ਕਰ ਦੇਣਗੇ। ਮੈਂ ਤਾਂ ਇੰਨਾ ਹੀ ਕਹਿਣਾ ਵੀ ਜਥੇਦਾਰ ਜੋਗ ਨਹੀਂ, ਉਹਨਾਂ ਨੇ ਚੱਕ ਕੇ ਉਹ ਕਿਤੇ ਗ੍ਰੰਥੀ ਲਵਾਉਣਾ ਜਿੱਥੇ ਅਸੀਂ ਸੋਚ ਵੀ ਨਹੀਂ ਸਕਦੇ। ਜਿੰਨੇ ਜਿੱਦੀ ਇਹ ਨੇ ਨਾ, ਇਹ ਤਾਂ ਇੱਕ ਲਫ਼ਜ਼ ਸੁਣਦੇ ਨਹੀਂ ਛਬੀਲ ਲਾਉਣ ਆ ਜਾਂਦੇ ਐ। ਤੁਹਾਨੂੰ ਅੱਜ ਤੱਕ ਕਿਸੇ ਇੱਕ ਵੀ ਬਿਆਨ ਤੋਂ ਪਛਤਾਵਾ ਹੈ ਕਿ ਰਣਜੀਤ ਸਿੰਘ ਵੀ ਇਹ ਬਿਆਨ ਮੈਂ ਗਲਤ ਦਿੱਤਾ ਤੇ ਇਹਦੇ ਬਿਨਾਂ ਸਰ ਸਕਦਾ ਸੀ? ਇਹ ਤਾਂ ਕਹਿੰਦੇ ਨੇ ਢੱਡਰੀਆਂ ਵਾਲਾ ਕਹਿੰਦਾ ਵੀ ਸਰੋਵਰਾਂ ਦੇ ਵਿੱਚ ਝੋਨਾ ਬੀਜ ਦਿਓ, ਇਹ ਤਾਂ ਇਹ ਕਹਿੰਦਾ ਵੀ ਥਾਂ ਇੰਨਾ ਕਾਹਤੋਂ ਇਹ ਤਾਂ ਇਦਾਂ ਦੀ ਸਟੇਟਮੈਂਟ ਵੀ ਦਿੰਦੇ ਨੇ। ਪਹਿਲਾਂ ਨਾਮ ਦੇ ਨਾਮ ਨਾਲ ਸੰਤ ਵੀ ਲਾਉਂਦੇ ਹੁੰਦੇ ਸੀ, ਫਿਰ ਅਚਾਨਕ ਐਸਾ ਸਮਾਂ ਆਇਆ ਕਿ ਤੁਸੀਂ ਕਿਹਾ ਕਿ ਨਹੀਂ ਮੇਰੇ ਤੋਂ ਗਲਤੀ ਹੋ ਗਈ, ਵੀ ਮੈਂ ਉਸ ਤੋਂ ਪਛਤਾਵਾ ਕਰਦਾ ਵੀ ਉਹ ਉਦੋਂ ਮੈਂ ਨਾ ਸਮਝੀ ਦੇ ਵਿੱਚ ਕੁਛ ਹੋਇਆ ਮੇਰੇ ਤੋਂ। ਹੁਣ ਲੋਕ ਕਹਿੰਦੇ ਵੀ ਸਾਡਾ ਬੇਵਿਸ਼ਵਾਸੀ ਹੈ ਰਣਜੀਤ ਸਿੰਘ ਤੇ, ਵੀ 10 ਸਾਲਾਂ ਬਾਅਦ ਭਾਈ ਸਾਹਿਬ ਕਹਿ ਦਿੰਦੇ ਨਹੀਂ ਯਾਰ ਤਰਕ ਵਾਲੀ ਗੱਲ ਵੀ ਮੇਰੇ ਤੋਂ ਗਲਤ ਹੋ ਗਈ। ਜਿਹੜੀ ਉਸ ਸਮੇਂ ਦੇ ਵਿੱਚ ਕੌਮ ਦਾ ਨੁਕਸਾਨ ਹੋਇਆ ਜਾਂ ਜਦੋਂ ਤੁਸੀਂ ਸੰਤ ਲਾਉਂਦੇ ਸੀ ਜਾਂ ਇਸ ਤੋਂ ਬਾਅਦ ਅਗਰ ਤੁਸੀਂ ਇਸ ਗੱਲ ਤੋਂ ਮੁਕਰੇ ਤਾਂ ਨੁਕਸਾਨ ਹੋਏਗਾ, ਉਹਦਾ ਜ਼ਿੰਮੇਵਾਰ ਕੌਣ? ਪਰ ਜਿਹੜੇ ਸਾਡੇ ਲੋਕ ਨੇ ਜਿਹੜੇ ਸ਼ਰਧਾ ਦੇ ਵਿੱਚ ਨੇ, ਤੁਸੀਂ ਜਦੋਂ ਉਹਨਾਂ ਨਾਲ ਤਰਕ ਦੀ ਗੱਲ ਕਰਦੇ ਹੋ ਨਾ ਤਾਂ ਉਹਨਾਂ ਦੀ ਸ਼ਰਧਾ ਟੁੱਟਦੀ ਹੈ, ਉਹ ਧਰਮ ਨੂੰ ਧਰਮ ਵਾਂਗੂ ਵੀ ਮੰਨਣੋਂ ਹਟ ਜਾਂਦੇ ਆ। ਸ਼ਾਇਦ ਹਰ ਕੋਈ ਬੰਦਾ ਤੁਹਾਡੇ ਵਾਂਗੂ ਨਾ ਸੋਚਦਾ ਹੋਵੇ, ਤਾਂ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀਆਂ ਚੀਜ਼ਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਤੁਹਾਡੇ ਤਰਕ ਨਾਲ ਤੇ ਫਾਇਦਾ ਘੱਟ ਹੁੰਦਾ, ਉਹਨਾਂ ਤੋਂ ਤੁਹਾਨੂੰ ਅਵੋਇਡ ਕਰਨਾ ਚਾਹੀਦਾ? ਪਰ ਤੁਸੀਂ ਤਰਕ ਕਰਦੇ ਹੋ ਧਰਮ ਦੀਆਂ ਗੱਲਾਂ ਤੇ। ਧਰਮ ਦੀ ਗੱਲ ਤੁਹਾਨੂੰ ਲੱਗਦਾ ਵੀ ਜੇ ਤਰਕ ਹੋਣ ਲੱਗ ਜੇ ਤਾਂ ਦੁਨੀਆ ਦਾ ਕੋਈ ਵੀ ਧਰਮ ਨਹੀਂ ਹੈ ਜਿਹੜਾ ਟਿਕ ਪਾਊਗਾ। ਸਭ ਤੋਂ ਵੱਡੇ ਤਰਕਸ਼ੀਲ ਤੁਸੀਂ ਹੋ, ਪੱਤਰਕਾਰ। ਤਰਕ ਤੋਂ ਬਿਨਾ ਪੱਤਰਕਾਰਤਾ ਕਾਹਦੀ ਹੈ ਯਾਰ? ਐਗਜ਼ਾਮਪਲ ਦਿਓ, ਮੇਰੀ ਬੋਲੀ ਹੋਈ ਤਰਕ ਬੋਲੋ। ਮੰਨ ਲਓ ਤੁਸੀਂ ਸਰੋਵਰਾਂ ਬਾਰੇ ਬੋਲਿਆ ਸੀ ਜਿੱਦਾਂ, ਫਿਰ ਉੱਥੇ ਆ ਗਏ ਤੁਸੀਂ ਵੀ ਜੇ ਤੁਸੀਂ ਉਹੀ ਕੁੰਡੀ ਰੱਖਣੀ ਹੈ ਫਿਰ ਮੇਰੇ ਸਵਾਲਾਂ ਦਾ ਜਵਾਬ ਦੇ ਕੇ ਅਗਲਾ ਸਵਾਲ ਕਰਿਓ। ਅਗਲਾ ਮੈਂ ਤੁਹਾਨੂੰ ਤੁਸੀਂ ਕਰਿਓ, ਮੈਂ ਜਵਾਬ ਮੰਗੂ, ਮੈਂ ਵੀ ਪੱਤਰਕਾਰ ਬਣੂਗਾ। ਮੈਂ ਹਮੇਸ਼ਾ ਕਹਿੰਦਾ ਵੀ ਮੈਂ ਜਾਵਾਂ ਦਰਬਾਰ ਸਾਹਿਬ, ਮੈਂ ਆਪਣੇ ਬੱਚੇ ਨੂੰ ਲੈ ਕੇ ਜਾਊਂਗਾ, ਮੈਂ ਜਾਊਂਗਾ, ਮੈਂ ਦੱਸੂਗਾ ਲਿਜਾ ਕੇ ਵੀ ਆਹ ਤਲਾਅ ਸੀ ਜਿਹਦੇ ਕੰਢੇ ਤੇ ਬਹਿ ਕੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਤੀਰਥਾਂ 'ਚ ਨਹਾਉਣ ਦਾ ਕੋਈ ਫਾਇਦਾ ਨਹੀਂ। ਇਹਦੇ ਕੰਢੇ ਤੇ ਬਹਿ ਕੇ ਆਵਾਜ਼ ਦਿੱਤੀ ਸੀ। ਇੱਕ ਬੰਦੇ ਦੀ ਆਪਦੀ ਪਰਸਨਲ ਲਾਈਫ ਹੋਵੇ ਤਾਂ ਬਦਲ ਸਕਦਾ, ਪਰ ਤੁਹਾਡੇ ਨਾਲ ਤਾਂ ਲੱਖਾਂ ਲੋਕ ਜੁੜੇ ਹੁੰਦੇ ਨੇ ਨਾ, ਤੁਹਾਡੀ ਗੱਲ ਬਹੁਤ ਲੋਕ ਸੋਚਦੇ ਨੇ, ਸੁਣਦੇ ਨੇ, ਉਹਨੂੰ ਫੋਲੋ ਕਰਦੇ ਨੇ। ਮੈਨੂੰ ਲੱਗਦਾ ਤੁਹਾਨੂੰ ਗੱਲ ਉਦੋਂ ਕਹਿਣੀ ਚਾਹੀਦੀ ਜਦੋਂ ਉੱਤੇ ਵਿਚਾਰ ਪੂਰਾ ਹੋ ਜਾਏ, ਉਸ ਨੂੰ ਬਦਲ ਨਾ ਸਕੇ, ਬਦਲਦਾ ਕੋਈ ਰਹਿ ਨਾ ਜਾਵੇ ਕੋਈ ਆਪਸ਼ਨ। ਮੰਨ ਲਓ ਇਹਨਾਂ ਨੇ ਕੱਲ ਨੂੰ ਤ੍ਰਿਆ ਚਰਿੱਤਰ ਤੇ ਵੀਡੀਓ ਬਣਾ ਦੇਣੀਆਂ ਨੇ, ਫਿਲਮ ਬਣਾ ਦੇਣੀ ਹੈ ਵੀ ਔਰਤ ਥੱਲੇ ਲੁਕੀ ਹੋਈ ਹੈ, ਬਗਾਨ ਜਿਹੜੀਆਂ ਗੱਲਾਂ ਲਿਖੀਆਂ ਨੇ ਉਹ ਜਦੋਂ ਲਿਖਣਾ ਸਟੋਰੀ ਕਰਤਾ ਗੁਰੂ ਗੋਬਿੰਦ ਸਿੰਘ, ਅਸੀਂ ਮਰ ਜਾਾਂਗੇ ਸ਼ਰਮ ਨਾਲ। ਉਦਣ 50 ਸਾਲ ਨੂੰ 100 ਸਾਲ ਨੂੰ ਜਿੱਦਣ ਕੋਈ ਤਾਕਤ ਫੜ ਗਿਆ ਜਾਂ ਰਾਸ਼ਟਰਵਾਦ ਹਿੰਦੂ ਰਾਸ਼ਟਰਵਾਦ ਹੀ ਬਣ ਗਿਆ, ਉਹਨਾਂ ਨੇ ਕੱਲ ਨੂੰ ਕਹਿ ਦਿੱਤਾ ਵੀ ਹਰੀ ਜੀ ਦਾ ਮੰਦਿਰ ਹੈ, ਵਿਸ਼ਨੂੰ ਜੀ ਆਏ ਹੈ, ਉਹਨਾਂ ਨੇ ਆ ਕੇ ਕੀਤਾ। ਆਪਾਂ ਕਹਾਂਗੇ ਕਿੱਥੇ ਲਿਖਿਆ? ਉਹਨਾਂ ਨੇ ਕਹਿਣਾ ਤੁਹਾਡੇ ਗ੍ਰੰਥ 'ਚ ਜਿਹਦੇ 'ਚ ਰੁਮਾਲਾ ਪਾਇਆ। ਜਿਹੜੇ ਸਾਡੇ ਗੁਰੂ ਸਾਹਿਬਾਨ ਸੀਗੇ ਉਹਨਾਂ 'ਚ ਕੋਈ ਅਲੌਕਿਕ ਸ਼ਕਤੀ ਸੀ ਜਾਂ ਉਹ ਸਧਾਰਨ ਇਨਸਾਨ ਸੀਗੇ? ਬਸ ਉਹਨਾਂ ਦੀ ਸੂਝ-ਬੂਝ ਸੀ ਜਿਹੜੀ ਉਹ ਇੱਕ ਆਮ ਇਨਸਾਨ ਨਾਲੋਂ ਜ਼ਿਆਦਾ ਸੀ? ਤੁਹਾਨੂੰ ਲੱਗਦਾ ਵੀ ਉਹਨਾਂ 'ਚ ਕੋਈ ਅਲੌਕਿਕ ਸ਼ਕਤੀਆਂ ਸੀ? ਜਦੋਂ ਮੈਂ ਕਹਿੰਦਾ ਵੀ ਤੁਸੀਂ ਕਹੋਗੇ ਵੀ ਪੱਥਰ ਰੋਕਿਆ, ਅਗਲੇ ਨੇ ਕਹਿਣਾ ਠੀਕ ਹੈ ਜੀ ਬਿਲਕੁਲ ਬਹੁਤ ਵਧੀਆ ਪੱਥਰ ਰੋਕਿਆ, ਅਸੀਂ ਮੰਨ ਲਿਆ। ਸਾਡਾ ਤੁਸੀਂ ਫਿਰ ਨਹੀਂ ਮੰਨ ਲਓ ਵੀ ਪਹਾੜ ਪੂਰੇ ਦਾ ਪੂਰਾ ਚੱਕ ਕੇ ਲਿਆਇਆ ਸੀ, ਪਹਾੜ ਚੱਕ ਕੇ ਲਿਆਂਦਾ, ਇਹ ਕਰ ਲਓਗੇ? ਕਿਹੜੀ ਕਰਾਮਾਤ ਫਾਇਦਾ ਕਰਦੀ ਹੈ? ਜਿਹੜੀ ਕਰਾਮਾਤ ਓਰੀਜਨਲ ਹੈ, ਹੈਗੀ ਹੈ, ਅੱਜ ਸਿੱਖਣ ਨੂੰ ਮਿਲਦਾ। ਪਾਤਸ਼ਾਹ ਦੀ ਜਿਹੜੀ ਉਹ ਅਸਲ ਪਿਕਚਰ ਹੈ ਉਹ ਨਾਲ ਕੋਈਏ, ਕਿਉਂਕਿ ਉਹ ਪਿਕਚਰ ਗੁਰੂ ਗ੍ਰੰਥ ਸਾਹਿਬ 'ਚੋਂ ਦਿਸਦੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਕਹਿੰਦੇ ਯਾਰ ਝੂਠ ਬੋਲੀ ਜਾਂਦੇ ਹੋ, ਤਾਂ ਜਦੋਂ ਸਾਡੇ 8ਵੇਂ ਪਾਤਸ਼ਾਹ ਨੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ, ਉਹਨਾਂ ਦੀ ਉਮਰ ਤਾਂ ਬਹੁਤ ਹੀ ਜ਼ਿਆਦਾ ਛੋਟੀ ਸੀ। ਚਾਹੇ ਕੁਛ ਵੀ ਹੋਵੇ, ਮਤਲਬ ਇੰਨੀ ਸਮਝ ਤਾਂ ਨਹੀਂ ਹੋ ਸਕਦੀ, ਚਾਹੇ ਕਿੰਨਾ ਵੀ ਬੱਚਾ ਸੂਝਵਾਨ ਹੋਵੇ ਜਾਂ ਉਹਦੀ ਪਰਵਰਿਸ਼ ਬਹੁਤ ਵਧੀਆ ਹੋਵੇ,
ਪਰ ਇੰਨਾ ਸਮਝਦਾਰ ਤਾਂ ਨਹੀਂ ਹੋ ਸਕਦਾ ਵੀ ਗੁਰਗੱਦੀ ਸੰਭਾਲਣ ਦੇ ਲਾਇਕ ਹੋ ਜਾਵੇ। ਤਾਂ ਫਿਰ ਉੱਥੋਂ ਲੋਕ ਕਹਿੰਦੇ ਨੇ ਵੀ ਇਹ ਲੌਕਿਕ ਸ਼ਕਤੀਆਂ ਤੋਂ ਬਿਨਾਂ ਕਿਵੇਂ ਪੋਸੀਬਲ ਹੋ ਗਿਆ, ਫਿਰ ਉਹਨਾਂ ਨੇ ਕਿਵੇਂ ਗੁਰਗੱਦੀ ਸੰਭਾਲੀ। ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ 'ਚ ਕਿੰਨਾ ਕੁ ਫਰਕ ਲੱਗਦਾ? ਅਮਰਿੰਦਰ ਸਿੰਘ ਹੋਣਾ ਨੂੰ ਮੈਂ ਇੱਕ ਵਾਰ ਮਿਲਿਆ, ਪਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਮੈਂ ਘੱਟ ਤੋਂ ਘੱਟ 20 ਵਾਰ ਮਿਲਿਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪਾਲ ਸਿੰਘ ਬਰਾੜ ਜ਼ਿੰਦਾਬਾਦ ਚੈਨਲ ਤੇ ਤੁਹਾਡਾ ਸਵਾਗਤ ਹੈ। ਸਿੱਖ ਪੰਥ ਦੇ ਵਿੱਚ ਸਾਡੇ ਇਤਿਹਾਸ ਦੀ ਵੀ ਗੱਲ ਕਰੀਏ ਤਾਂ ਬਹੁਤ ਸਾਰੇ ਮਤਭੇਦ ਰਹੇ ਨੇ। ਮਤਭੇਦ ਇੰਨੇ ਵੱਧ ਗਏ ਨੇ ਕਿ ਅੱਜ ਕੱਲ੍ਹ ਤਾਂ ਲਕੀਰਾਂ ਖਿੱਚੀਆਂ ਜਾਣ ਲੱਗ ਗਈਆਂ। ਪਹਿਲਾਂ ਵੀ ਐਸੇ ਮਸਲੇ ਬਹੁਤ ਸਾਹਮਣੇ ਆਉਂਦੇ ਸੀ, ਪਰ ਇਹ ਜੋ ਲਕੀਰਾਂ ਨੇ ਇਹ ਖਿੱਚੀਆਂ ਜਾਣੀਆਂ ਨਹੀਂ ਚਾਹੀਦੀਆਂ। ਜਿਸ ਤਰੀਕੇ ਦੇ ਨਾਲ ਸਾਡਾ ਪਵਿੱਤਰ ਧਰਮ ਹੈ, ਜਿਸ ਤਰੀਕੇ ਦੇ ਨਾਲ ਸਾਡੇ ਦੂਸਰੇ ਧਰਮ ਸਾਡੇ ਧਰਮ ਦੀ ਪ੍ਰਸ਼ੰਸਾ ਕਰਦੇ ਨੇ, ਜਿਸ ਤਰੀਕੇ ਦਾ ਸਾਡਾ ਐਡਾ ਮਹਾਨ ਇਤਿਹਾਸ ਰਿਹਾ, ਲਕੀਰਾਂ ਬਣਨੀਆਂ ਨਹੀਂ ਚਾਹੀਦੀਆਂ। ਜੇ ਮੈਂ ਲਕੀਰਾਂ ਦੀ ਗੱਲ ਕਰਾਂ ਤਾਂ ਜੋ ਅੱਜ ਕੱਲ੍ਹ ਜੋ ਮਸਲਾ ਸਭ ਤੋਂ ਵੱਡਾ ਚੱਲ ਰਿਹਾ, ਵੈਸੇ ਕਾਫੀ ਸਾਲਾਂ ਤੋਂ ਇਹ ਮਸਲਾ ਚੱਲ ਰਿਹਾ, ਇੱਕ ਪਾਸੇ ਜਥੇਦਾਰ ਅਕਾਲ ਤਖਤ, ਇੱਕ ਪਾਸੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਮਸਲਾ ਕਾਫੀ ਗਰਮੀ ਦੇ ਵਿੱਚ ਹੁਣ ਚੱਲ ਰਿਹਾ ਹੈ। ਅਤੇ ਲਕੀਰਾਂ ਵੈਸੇ ਅਸੀਂ ਤਾਂ ਚਾਹੁੰਦੇ ਹਾਂ ਵੀ ਲਕੀਰਾਂ ਮਿਟ ਜਾਣ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਾਡੇ ਨਾਲ ਨੇ। ਅੱਜ ਸਾਡੀ ਕੋਸ਼ਿਸ਼ ਰਹੇਗੀ, ਤੁਸੀਂ ਬਹੁਤ ਸਾਰੀਆਂ ਇੰਟਰਵਿਊਜ਼ ਸੁਣੀਆਂ ਹੋਣਗੀਆਂ ਭਾਈ ਸਾਹਿਬ ਦੀਆਂ ਪਿਛਲੇ ਦਿਨਾਂ ਦੇ ਵਿੱਚ ਵੀ, ਜਾਂ ਪਿਛਲੇ ਸਾਲ ਵੀ ਕਾਫੀ ਇੰਟਰਵਿਊਜ਼ ਹੋਈਆਂ ਜਦੋਂ ਮਸਲਾ ਉੱਠਿਆ ਸੀ। ਸਾਡੀ ਕੋਸ਼ਿਸ਼ ਰਹੇਗੀ ਕਿ ਜਿਹੜੀਆਂ ਤੁਸੀਂ ਨਿੱਕੀਆਂ ਕਲਿੱਪਾਂ ਦੇਖ ਕੇ ਭਾਈ ਸਾਹਿਬ ਦੀਆਂ ਤੁਹਾਡੇ ਮਨ ਦੇ ਵਿੱਚ ਸ਼ੰਕਾਵਾਂ ਨੇ, ਜਾਂ ਜੋ ਲੋਕ ਹੱਕ ਦੇ ਵਿੱਚ ਨੇ ਜਾਂ ਵਿਰੋਧ ਦੇ ਵਿੱਚ ਨੇ, ਉਹ ਗੱਲਾਂ ਨੂੰ ਕਲੀਅਰ ਕਰੀਏ ਅਸੀਂ। ਮਤਲਬ ਸਾਡੀ ਕੋਸ਼ਿਸ਼ ਰਹੇਗੀ ਕਿ ਜਿਹੜੀਆਂ ਚੀਜ਼ਾਂ ਅੱਜ ਤੱਕ ਭਾਈ ਸਾਹਿਬ ਨੇ ਨਹੀਂ ਦੱਸੀਆਂ, ਉਹਨਾਂ ਚੀਜ਼ਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਸਾਡੀ ਕੋਸ਼ਿਸ਼ ਹੈ। ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ। ਕੀ ਕਹਿੰਦੇ ਹੋ, ਲਕੀਰਾਂ ਮਿਟ ਜਾਣਗੀਆਂ ਕਿ ਇੱਦਾਂ ਹੀ ਚੱਲਦਾ ਰਹੇਗਾ? ਪਹਿਲੀ ਗੱਲ ਇਹ ਹੈ ਜੀ, ਲਕੀਰਾਂ ਕਿਹਦੇ ਨਾਲ ਨੇ? ਮੰਨ ਲਓ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਸਾਡੀ ਲਕੀਰ ਨਹੀਂ, ਤੇ ਗੁਰਬਾਣੀ ਨਾਲ ਅਸੀਂ ਪਿਆਰ ਕਰਦੇ ਹਾਂ। ਇਹ ਹੈਗੇ ਨੇ ਪੁਜਾਰੀ, ਧੱਕਾ ਕਰਦੇ ਨੇ। ਗੁੰਡਾਗਰਦੀ ਚਾਹੇ ਕਿਤੇ ਵੀ ਹੋਵੇ, ਚਾਹੇ ਪੱਤਰਕਾਰਤਾ 'ਚ ਹੋਵੇ, ਉਹਦੇ ਨਾਲ ਇੱਕਮਿਕ ਹੋਵੋਗੇ ਕਿ ਲਕੀਰ ਖਿੱਚੋਗੇ? ਤੁਸੀਂ ਹੈਗੇ ਨੇ ਨਾ। ਕੀ ਪੱਤਰਕਾਰਤਾ ਦੇ ਵਿੱਚ, ਮੀਡੀਆ ਦੇ ਵਿੱਚ ਹੈਗਾ ਹੈ ਨਾ ਇੱਦਾਂ ਦਾ ਕੁਛ, ਹੈ ਨਾ? ਉਹਦੇ ਤੋਂ ਤੁਸੀਂ ਕੀ ਕਰੋਗੇ? ਲਕੀਰ ਹੀ ਖਿੱਚੋਗੇ। ਇਸੇ ਤਰ੍ਹਾਂ ਗੁੰਡਾਗਰਦੀ ਕਿਤੇ ਵੀ ਹੋਵੇ, ਚਾਹੇ ਰਾਜਨੀਤੀ 'ਚ ਹੋਵੇ, ਚਾਹੇ ਕਿਤੇ ਵੀ ਹੋਵੇ, ਹਰ ਫੀਲਡ ਵਿੱਚ। ਹੁਣ ਇੱਥੇ ਮਸਲਾ ਲਕੀਰ ਖਿੱਚਣ ਦਾ ਹੈਗਾ ਕਿ ਇੱਕ ਧਿਰ ਗੁੰਡਾਗਰਦੀ ਕਰਦੀ ਹੈ, ਧੱਕਾ ਕਰ ਰਹੀ ਹੈ ਬਿਨਾਂ ਕਿਸੇ ਗੱਲ ਤੋਂ, ਤੇ ਉਹਨਾਂ ਦਾ ਧੱਕਾ ਆ। ਇੱਕੋ ਹੀ ਹੱਲ ਹੈ, ਜਾਂ ਤਾਂ ਸਹਿ ਲਓ, ਗੁਲਾਮ ਬਣ ਜਾਓ, ਤੇ ਜਾਂ ਫਿਰ ਤੁਸੀਂ ਸਟੈਂਡ ਰੱਖੋ ਵੀ ਮੈਂ ਗਲਤੀ ਨਹੀਂ ਕੋਈ ਕੀਤੀ। ਬਸ ਇੰਨਾ ਹੀ ਮਸਲਾ ਹੈਗਾ ਆ, ਹੋਰ ਨਹੀਂ ਕੋਈ। ਵੈਸੇ ਤੁਹਾਨੂੰ ਕੀ ਲੱਗਦਾ, ਲੋਕਾਂ ਦੇ ਮਨ ਦੇ ਵਿੱਚ ਨਾ ਜਿਹੜੇ ਤਾਂ ਲੋਕ ਜੀ ਸਵਾਦ ਲੈਣ ਵਾਲੇ ਹੁੰਦੇ ਨੇ, ਉਹਨਾਂ ਨੂੰ ਤਾਂ ਲੱਗਦਾ ਵੀ ਕੋਈ ਨਾ ਕੋਈ ਮਸਲਾ ਚੱਲਦਾ ਰਹੇ, ਚਾਹੇ ਕੋਈ ਪਿੰਡ ਦਾ ਮਸਲਾ ਹੋਵੇ, ਕਿਸੇ ਫੀਲਡ ਦਾ ਹੋਵੇ, ਜਿਵੇਂ ਤੁਸੀਂ ਕਿਹਾ। ਪਰ ਜਿਹੜੇ ਚੰਗੇ ਲੋਕ ਨੇ ਨਾ, ਜਿਹੜੇ ਸੱਚਮੁੱਚ ਸਿੱਖ ਧਰਮ ਨੂੰ ਚਾਹੁੰਦੇ ਨੇ, ਉਹ ਮੁਕਾਉਣਾ ਚਾਹੁੰਦੇ ਨੇ ਗੱਲ। ਚਾਹੇ ਤੁਹਾਡਾ ਮਸਲਾ ਹਰਨਾਮ ਸਿੰਘ ਧੁੰਮਾ ਦੇ ਨਾਲ ਹੈ, ਉਹ ਵੀ ਕਹਿੰਦੇ ਨੇ ਅਸੀਂ ਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦੇ ਹਾਂ। ਤੁਸੀਂ ਉਹਨਾਂ ਨੂੰ ਕਹਿ ਦਿੰਦੇ ਜੀ ਉਹ ਪੁਜਾਰੀ ਹੈ, ਉਹਨਾਂ ਨੇ ਅੱਜ ਤੱਕ ਮਤਲਬ ਸਿੱਖੀ ਨੂੰ ਵੇਚ ਕੇ ਮਤਲਬ ਆਪਣੀ ਕਮਾਈ ਕੀਤੀ ਹੈ, ਹੈ ਨਾ, ਗੁਰਬਾਣੀ ਦੀਆਂ ਤੁਕਾਂ ਨੂੰ ਵੇਚਿਆ। ਉਹ ਕਹਿ ਦਿੰਦੇ ਨੇ ਵੀ ਤੁਸੀਂ ਵੀ ਇਹੀ ਕੰਮ ਕੀਤਾ। ਤਾਂ ਤੁਹਾਨੂੰ ਲੱਗਦਾ ਕੀ ਹੈ? ਵੈਸੇ ਮੇਰਾ ਸਵਾਲ ਇਹ ਸੀ ਵੀ ਕਦੇ ਨਾ ਕਦੇ ਮੁੱਕੂਗਾ ਕਿ ਇੱਦਾਂ ਹੀ ਚੱਲਦਾ ਰਹਿਣਾ ਇਹ? ਲੋਕ ਇਹ ਪੁੱਛਣਾ ਚਾਹੁੰਦੇ ਨੇ ਵੀ ਕਦੋਂ ਕੁ ਮੁੱਕੂਗਾ? ਕਦੇ ਤੁਸੀਂ ਵੀ ਆਪਣੇ ਆਪ ਦੇ ਵਿੱਚ ਜਿਹੜੀਆਂ ਤੁਸੀਂ ਕਈ ਵਾਰੀ ਜਦਾਂ ਨੇ ਤੁਹਾਡੀਆਂ, ਲੋਕ ਕਹਿੰਦੇ ਨੇ, ਉਹ ਛੱਡੋਗੇ ਕਿ ਨਹੀਂ? ਨਹੀਂ, ਤੁਸੀਂ ਇੱਕ ਗੱਲ, ਮੈਂ ਜਿੱਦ ਕਰਦਾ ਇਹ ਮੰਨਦੇ ਹਾਂ ਅਸੀਂ, ਤੁਹਾਡੇ ਸਰੋਤੇ ਸੁਣਨ। ਅੱਜ ਤੱਕ ਮੈਨੂੰ ਦਬਕੇ ਵੱਜੇ ਹੈ, ਸ਼ਬੀਲ ਮੇਰੇ ਤੇ ਲੱਗੀ ਹੈ, ਜਥੇਦਾਰਾਂ ਨੇ ਮੇਰੇ ਬਾਰੇ ਹੁਕਮ ਸੁਣਾਏ ਨੇ, ਇਹੀ ਹੁਕਮ ਦੂਜੀ ਧਿਰ ਨੂੰ ਸੁਣਾਉਣ, ਸੇਮ ਦਬਕਾ ਮਾਰ ਦੇਣ। ਮੈਂ ਪਿਛਲੀ ਇੰਟਰਵਿਊ 'ਚ ਵੀ ਕਿਹਾ, ਮੈਂ ਦੁਬਾਰਾ ਕਹਿਣਾ ਚਾਹੁੰਦਾ, ਜੇ ਇਹਦਾ ਮਸਲੇ ਦਾ ਹੱਲ ਕਰਨਾ ਹੈ, ਜਥੇਦਾਰ ਅਕਾਲ ਤਖਤ ਸਾਹਿਬ ਇੱਕ ਸਟੇਟਮੈਂਟ ਦੇਣ। ਹਰਨਾਮ ਸਿੰਘ ਧੁੰਮਾ, ਅਮਰੀਕ ਸਿੰਘ ਅਜਨਾਲਾ, ਟਕਸਾਲ, ਤੁਸੀਂ ਟਕਸਾਲ ਇੱਕ ਜਥੇਬੰਦੀ ਹੋ, ਤੇ ਰਣਜੀਤ ਸਿੰਘ ਵੀ ਇੱਕ ਜਥੇਬੰਦੀ ਹੈ। ਤੁਸੀਂ ਅਥਾਰਟੀ ਨਹੀਂ ਹੈਗੇ, ਤੁਹਾਨੂੰ ਕੋਈ ਹੱਕ ਨਹੀਂ। ਇੱਕ ਸਟੇਟਮੈਂਟ ਦੇਣ, ਉਹਨਾਂ ਨੂੰ ਪਹਿਲਾਂ ਕਹਿਣ, ਭਾਈ ਅਮਰੀਕ ਸਿੰਘ ਅਜਨਾਲਾ ਜਾਂ ਹਰਨਾਮ ਸਿੰਘ ਧੁੰਮਾ, ਤੁਹਾਨੂੰ ਅਥਾਰਟੀ ਕਿਹਨੇ ਦਿੱਤੀ ਹੈ? ਤੁਸੀਂ ਪ੍ਰੋਗਰਾਮ ਰੋਕੋ, ਪੰਥਕ ਜਿਹੜੀ ਇੱਕ ਪਰੰਪਰਾ ਸ਼ਬੀਲ ਵਰਗੀ ਨੂੰ ਬਦਨਾਮ ਕਰੋ, ਬੰਦੇ ਮਾਰੋ, ਇਹਦੀਆਂ ਗੱਡੀਆਂ ਤੋੜਨ ਤੱਕ ਜਾਂਦੇ ਆ, ਤੁਸੀਂ ਪ੍ਰੋਗਰਾਮ ਰੋਕਦੇ ਆ। ਜੇ ਤੁਹਾਨੂੰ ਰਣਜੀਤ ਸਿੰਘ ਤੱਕ ਪ੍ਰੋਬਲਮ ਹੈ, ਮੈਂ ਬੈਠਾ, ਮੇਰੇ ਨਾਲ ਕਰੋ ਗੱਲ। ਤੁਹਾਨੂੰ ਕੋਈ ਹੱਕ ਨਹੀਂ, ਤੁਸੀਂ ਕਿਸੇ ਬੰਦੇ ਨਾਲ ਧੱਕਾ ਕਰੋ,
ਉਹਦੇ ਪ੍ਰੋਗਰਾਮ ਰੋਕੋ, ਮੇਰੇ ਨਾਲ ਗੱਲ ਕਰੋ ਜੇ ਕੋਈ ਤੁਹਾਨੂੰ ਪ੍ਰੋਬਲਮ ਹੈ। ਇੱਕ ਦਬਕਾ ਵੱਜੇ ਇਹ, ਠੀਕ ਹੈ। ਦੂਜਾ ਦਬਕਾ ਵੱਜੇ ਰਣਜੀਤ ਸਿੰਘ ਨੂੰ, ਓਏ ਰਣਜੀਤ ਸਿਆਂ ਤੇਰੀ ਕੀ ਔਕਾਤ ਹੈ, ਕੱਲ੍ਹ ਦਾ ਜਵਾਕ ਹੈ, ਤੂੰ ਕੌਣ ਹੈ ਪਰੰਪਰਾ ਦੇ ਉੱਤੇ ਜਾਂ ਇਹਨਾਂ ਦੇ ਸਵਾਲ ਕਰਨ ਵਾਲਾ, ਠੀਕ ਹੈ। ਇਹਨਾਂ ਨੂੰ ਗੁੰਡੇ ਕਹਿੰਦਾ ਤੂੰ, ਐਡੀ ਵੱਡੀ ਜਥੇਬੰਦੀ ਹੈ, ਉਹਨਾਂ ਨੂੰ ਕਹਿਣ ਗੁੰਡਾਗਰਦੀ ਕਰਨੀ ਨਹੀਂ, ਬੰਦੇ ਬਣ ਜਾਓ, ਅਸੀਂ ਹੈਗਾ, ਮੇਰੇ ਨਾਲ ਕਰੋ ਗੱਲ ਜੇ ਪ੍ਰੋਬਲਮ ਹੈ। ਉਧਰੋਂ ਰਣਜੀਤ ਸਿੰਘ ਨੂੰ ਦਬਕਾ ਵੱਜ ਗਿਆ ਵੀ ਤੂੰ ਗੁੰਡੇ ਕਹਿੰਦਾ, ਤੈਨੂੰ ਕੀ ਹੱਕ ਹੈ, ਪੰਥ ਦੇ ਬੰਦੇ ਨੇ, ਕਥਾ ਕਰਦੇ ਹੁੰਦੇ ਨੇ, ਤੂੰ ਸ਼ਬਦ ਇਦਾਂ ਦੇ ਵਰਤਦਾ ਇਹਨਾਂ ਲਈ, ਤੈਨੂੰ ਕੋਈ ਹੱਕ ਨਹੀਂ, ਜੇ ਤੈਨੂੰ ਕੋਈ ਪ੍ਰੋਬਲਮ ਹੈ ਤਾਂ ਅਸੀਂ ਬੈਠੇ ਆ, ਸੁਣਿਓ। ਦੋ ਦਬਕੇ ਵੱਜ ਗਏ। ਫਿਰ ਇਹ ਪਤਾ ਲੱਗੂਗਾ ਵੀ ਨਿਮਰਤਾ ਵਾਲਾ ਰਣਜੀਤ ਸਿੰਘ ਹੈ ਕਿ ਟਕਸਾਲ ਜਾਂ ਅਮਰੀਕ ਸਿੰਘ ਹੈ। ਨਿਮਰਤਾ, ਸ਼ਾਂਤੀ, ਸਹਿਜ, ਜਿੱਦ ਕਿਹਦੇ 'ਚ ਹੈ? ਦਬਕਾ ਵੱਜਿਆ ਹੀ ਮੈਨੂੰ ਹੈ, ਉਧਰ ਵੱਜਿਆ ਹੀ ਨਹੀਂ ਅਜੇ ਤੱਕ। ਰਣਜੀਤ ਸਿੰਘ ਨੂੰ ਬਰਾਬਰ ਦਬਕਾ ਮਾਰ ਦੇਣ ਤੇ ਮੇਰੀ ਨਿਮਰਤਾ ਵੇਖ ਲਿਓ, ਮੇਰੇ ਹੱਥ ਜੁੜਦੇ ਵੇਖ ਲਿਓ, ਮੇਰਾ ਸਹਿਜ ਵੇਖ ਲਿਓ, ਮੇਰਾ ਉੱਥੇ ਜਾਂਦਾ ਦੇਖ ਲਿਓ, ਮੈਨੂੰ ਜਹੇਦਾਰ ਅੱਗੇ ਬਹਿੰਦਾ ਦੇਖ ਲਿਓ ਵੀ ਜਹੇਦਾਰ ਜੀ ਇਨਸਾਫ ਕੀਤਾ ਹੈ। ਤੇ ਦੂਜੇ ਪਾਸੇ ਵੇਖਿਓ ਬਣਦਾ ਕੀ ਹੈ। ਮੈਂ ਤਾਂ ਇੰਨਾ ਹੀ ਕਹਿਣਾ ਵੀ ਜਥੇਦਾਰ ਜੋਗ ਨਹੀਂ, ਉਹਨਾਂ ਨੇ ਚੱਕ ਕੇ ਉਹ ਕਿਤੇ ਗ੍ਰੰਥੀ ਲਵਾਉਣਾ ਜਿੱਥੇ ਅਸੀਂ ਸੋਚ ਵੀ ਨਹੀਂ ਸਕਦੇ। ਪੰਥ ਉਹ ਟੱਕਰ ਲੈਣਗੇ, ਤੂੰ ਹੁੰਨਾ ਕੌਣ ਹੈ ਗੱਲ ਕਹਿਣ ਵਾਲਾ, ਉਹਦੇ ਪਤਾ ਲੱਗੂ ਵੀ ਨਿਮਰਤਾ ਹੈ ਕੀ ਹੈ। ਦੇਖੋ ਤੁਸੀਂ ਕਿੰਨੇ ਸਿਆਣੇ ਹੋ, ਨਿਮਰਤਾ ਵਾਲੇ ਹੋ, ਬੈਠੇ ਹੋ ਮੇਰੇ ਸਾਹਮਣੇ। ਹੁਣ ਜੇ ਮੈਂ ਗਾਲ ਕੱਢਦੇ ਆ, ਕਿਸੇ ਦੀ ਮਾਂ ਭੈਣ ਕਰਦੇ ਆ, ਨਿਮਰਤਾ ਦਾ ਪਤਾ ਤਾਂ ਉਦੋਂ ਲੱਗਦਾ ਨਾ ਜਦੋਂ ਉਹਨਾਂ ਨੂੰ ਤਾਂ ਸਰੋਪੇ ਪਾ ਰਹੇ ਨੇ, ਬੜੇ ਸ਼ਾਂਤ ਨੇ, ਉਹ ਉਹਨੂੰ ਲਿਫਾਫੇ ਦੇ ਰਿਹਾ। ਨਿਮਰਤਾ ਹੀ ਨਿਮਰਤਾ ਆਪਸ 'ਚ ਇੱਕ ਹੈ। ਪਰ ਜਿਹੜੀ ਧਿਰ ਨੂੰ ਤੁਸੀਂ ਧੱਕਾ ਕਰਦੇ ਹੋ, ਜਿਹਨੂੰ ਦਬਾਉਂਦੇ ਹੋ, ਉਹ ਤਾਂ ਆਪਣੀ ਗੱਲ ਕਰੂਗਾ ਨਾ। ਮੈਂ ਫੇਰ ਕਹਿਣਾ ਦੁਬਾਰਾ, ਦੋਨਾਂ ਨੂੰ ਬਰਾਬਰ ਦਾ ਦਬਕਾ ਮਾਰ ਲੈਣ। ਰਣਜੀਤ ਸਿੰਘ ਦੀ ਜਿੱਦ ਦੇਖ ਲਿਓ ਤੇ ਨਿਮਰਤਾ ਦੇਖ ਲਿਓ। ਜਿੰਨੇ ਜਿੱਦੀ ਇਹ ਨੇ ਨਾ, ਇਹ ਤਾਂ ਇੱਕ ਲਫ਼ਜ਼ ਸੁਣਦੇ ਨਹੀਂ, ਛਬੀਲ ਲਾਉਣ ਆ ਜਾਂਦੇ ਐ। ਮੈਨੂੰ 50 ਵਾਰ ਗਾਲਾਂ ਕੱਢ ਕੇ ਮੈਂ ਪ੍ਰੋਗਰਾਮ ਤਾਂ ਬੰਦ ਕਰਤੇ, ਮੈਂ ਜਾ ਕੇ ਕਿਸੇ ਨੂੰ ਗਾਲ ਨਹੀਂ ਕੱਢੀ ਅੱਜ ਤੱਕ, ਮੈਂ ਕਿਸੇ ਬੰਦਾ ਨਹੀਂ ਮਾਰਨ ਗਿਆ, ਮੈਂ ਕਿਸੇ ਦਾ ਪ੍ਰੋਗਰਾਮ ਰੋਕਣ ਨਹੀਂ ਗਿਆ। ਜਿੱਦੀ ਮੈਂ ਨਹੀਂ ਹੈਗਾ, ਜਿੱਦੀ ਤਾਂ ਇਹ ਲੋਕ ਨੇ ਜਿਹੜੇ ਮਾੜੀ ਜੀ ਗੱਲ ਨਹੀਂ ਝੱਲ ਸਕਦੇ। ਮੈਨੂੰ ਹਜ਼ਾਰਾਂ ਗੱਲਾਂ ਲੋਕ ਕਹਿੰਦੇ ਨੇ, ਗੱਲ ਦਾ ਜਵਾਬ ਗੱਲ ਨਾਲ ਜ਼ਰੂਰ ਦੇਣਾ, ਪਰ ਕਿਸੇ ਤੇ ਅਟੈਕ ਨਹੀਂ ਕਰਦਾ। ਚਲੋ ਵੈਸੇ ਇਹ ਗੱਲ ਤਾਂ ਬਿਲਕੁਲ ਮੰਨਣਯੋਗ ਹੈ, ਦਰਸ਼ਕ ਵੀ ਸਿਆਣੇ ਨੇ ਕਿ ਜੇ ਕਿਤੇ ਵੀ ਇਨਸਾਫ ਹੁੰਦਾ ਤਾਂ ਦੋਨੇ ਪਾਸੇ ਜ਼ਰੂਰੀ ਹੁੰਦੀ ਉਹ ਗੱਲ। ਪਰ ਭਾਈ ਸਾਹਿਬ ਜਥੇਦਾਰ ਕਹਿੰਦੇ ਨੇ ਕਿ ਅਸੀਂ ਹਰ ਕੋਸ਼ਿਸ਼ ਕਰ ਲਈ ਭਾਈ ਰਣਜੀਤ ਸਿੰਘ ਨੂੰ ਕੁਛ ਆਪਣੇ ਵੱਲੋਂ ਕਹਿਣ ਵਾਸਤੇ ਕਿ ਕੁਛ ਗੱਲਾਂ ਨੇ ਇਹੋ ਜਿਹੀਆਂ ਜਿਹੜੀਆਂ ਨਹੀਂ ਕਹੀਆਂ ਜਾਣੀਆਂ ਚਾਹੀਦੀਆਂ ਸਟੇਜ ਤੋਂ। ਚਲੋ ਇਹ ਦੱਸੋ ਵੀ ਤੁਹਾਨੂੰ ਅੱਜ ਤੱਕ ਕਿਸੇ ਇੱਕ ਵੀ ਬਿਆਨ ਤੋਂ ਪਛਤਾਵਾ ਹੈ ਕਿ ਰਣਜੀਤ ਸਿੰਘ ਵੀ ਇਹ ਬਿਆਨ ਮੈਂ ਗਲਤ ਦਿੱਤਾ ਤੇ ਇਹਦੇ ਬਿਨਾਂ ਸਰ ਸਕਦਾ ਸੀ, ਤੇ ਜਿਹੜੇ ਬਿਆਨ ਨੂੰ ਵੇਖ ਕੇ ਲੋਕ ਇਹ ਗੱਲ ਕਹਿੰਦੇ ਨੇ ਕਿ ਇਹ ਬਿਆਨ ਸਿਰਫ ਤੇ ਸਿਰਫ ਬਸ ਆਪਣਾ ਨਾਮ ਬਣਾਉਣ ਵਾਸਤੇ ਕੀਤਾ ਗਿਆ ਤੇ ਜਾਂ ਮਤਲਬ ਇਹਦੇ 'ਚ ਕੋਈ ਕ੍ਰੀਏਟ ਕਰਨ ਵਾਸਤੇ ਕੀਤਾ ਗਿਆ, ਬਸ ਇਹਦੇ 'ਚ ਕੋਈ ਉਹਦਾ ਕੋਈ ਫਾਇਦਾ ਨੁਕਸਾਨ ਨਹੀਂ। ਕੋਈ ਇੱਕ ਬਿਆਨ ਜਿਹੜਾ ਤੁਸੀਂ ਪਛਤਾ ਰਹੇ ਹੋ ਅੱਜ ਤੱਕ ਦੇ ਕੇ ਸਟੇਜ? ਨਹੀਂ, ਮੈਂ ਇੱਦਾਂ ਦੀ ਕੋਈ ਗੱਲ ਨਹੀਂ ਕਹੀ। ਮੈਂ ਉਹਦੇ ਬਿਆਨ ਦੇ ਪਿੱਛੇ ਵੀ ਤਾਂ ਕੁਝ ਹੋਊਗਾ। ਜੇ ਕਿਸੇ ਨੇ ਮੇਰਾ ਬਿਆਨ ਸੁਣਿਆ, ਉਹ ਬਿਆਨ ਦਿੱਤਾ ਕਿਉਂ ਗਿਆ, ਉਹ ਸਾਰੀ ਸਟੋਰੀ ਹੋਊਗੀ, ਉਹਦੇ ਪਿੱਛੇ ਕੋਈ ਗੱਲ ਹੋਏਗੀ, ਉਹ ਸਾਰੀ ਸੁਣਨੀ ਪੈਣੀ ਹੈ ਤੇ ਸਮਝਣੀ ਪੈਣੀ ਹੈ। ਫਿਰ ਮੇਰਾ ਬਿਆਨ ਗਲਤ ਨਹੀਂ ਲੱਗੇਗਾ। ਤੁਸੀਂ ਜਿਹੜਾ ਆਪਾਂ ਮਸਲਾ ਹੈ ਅਕਾਲ ਤਖਤ ਜਥੇਦਾਰ ਕੋਲੇ ਗਿਆ, ਕਿਉਂਕਿ ਪਿੱਛੇ ਜੇ ਤੁਸੀਂ ਅਕਾਲ ਤਖਤ ਬਾਰੇ ਵੀ ਕੁਝ ਬੋਲਿਆ, ਲੋਕ ਕਹਿੰਦੇ ਨੇ ਕਿ ਭਾਈ ਰਣਜੀਤ ਸਿੰਘ ਨੇ ਅਕਾਲ ਤਖਤ ਨੂੰ ਇੱਕ ਸਧਾਰਨ ਬਿਲਡਿੰਗ ਕਿਹਾ। ਇਹਦੇ ਵਿੱਚ ਤੁਸੀਂ ਹੁਣ ਤੁਹਾਡਾ ਕੀ ਸਟੈਂਡ ਹੈ? ਤੁਸੀਂ ਇਹਦੇ ਵਿੱਚ ਕੋਈ ਸੋਧ ਕਰਨਾ ਚਾਹੁੰਦੇ ਹੋ ਆਪਣੇ ਇਸ ਬਿਆਨ ਦੇ ਵਿੱਚ? ਇਹ ਇਲਜ਼ਾਮ ਹੈ ਜਿਹੜਾ ਮੇਰੇ ਵਿਰੋਧੀਆਂ ਵੱਲੋਂ ਲੱਗਦਾ। ਇਲਜ਼ਾਮ ਤਾਂ ਆਪਾਂ ਜਿੰਨੇ ਮਰਜ਼ੀ ਲਾ ਦਿਓ, ਇਲਜ਼ਾਮ ਇਹ ਲਾ ਦਿਓ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰਾਣਾ ਲਾ ਕੇ ਸੌਂਦਾ। ਇਲਜ਼ਾਮ ਦਾ ਮੈਂ ਕੀ ਕਰੂੰਗਾ? ਇਹ ਇਲਜ਼ਾਮ ਹੈ ਜਿਹੜਾ ਸੰਗਤ ਦਾ ਨਹੀਂ ਹੈਗਾ, ਟਕਸਾਲੀਆਂ ਦਾ, ਸਾਧਾਂ ਦਾ, ਬਾਬਿਆਂ ਦਾ ਕ੍ਰੀਏਟ ਕੀਤਾ ਹੋਇਆ ਹੈ। ਵਿੱਚ ਐਸਾ ਕੁਝ ਕਿਹਾ ਨਹੀਂ, ਕਿਉਂਕਿ ਲੋਕ ਇਹ ਕਹਿੰਦੇ ਨੇ ਨਾ ਕਿ ਹਰਨਾਮ ਸਿੰਘ, ਜਿਵੇਂ ਤੁਸੀਂ ਕਿਹਾ ਵੀ ਦੋਨੇ ਪਾਸੇ ਡਾਂਟ ਪੈਣੀ ਚਾਹੀਦੀ ਜਾਂ ਦੋਨੇ ਪਾਸੇ ਇੱਕੋ ਦਾ ਇਨਸਾਫ ਹੋਣਾ ਚਾਹੀਦਾ ਸੀ, ਤਾਂ ਉਹ ਕਹਿੰਦੇ ਜਿਹੜਾ ਇਨਸਾਫ ਕਰਨ ਵਾਲਾ ਸੀ ਤੁਸੀਂ ਉਹਨਾਂ 'ਤੇ ਉਂਗਲ ਚੱਕੀ ਹੈ। ਨਹੀਂ, ਉਹਨਾਂ ਦੇ ਉੱਤੇ ਉਂਗਲ ਨਹੀਂ ਵੀਰ ਜੀ ਚੁੱਕੀ। ਮੈਂ ਫੇਰ ਦੁਹਰਾਉਣ ਲੱਗਾ ਗੱਲ ਆਪਣੀ। ਇਲਜ਼ਾਮ ਨੇ ਜਿੰਨੇ ਮਰਜ਼ੀ ਲਾ ਲੈਣ। ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ, ਮਰਿਆ ਨਹੀਂ। ਉਦੋਂ ਬਾਅਦ ਇਹ ਬੰਦੇ 'ਤੇ ਇਲਜ਼ਾਮ ਲਾ ਕੇ ਬਦਨਾਮ ਕਰੋ। ਬਦਨਾਮ ਕਰਨ ਵਾਸਤੇ ਜਿਹੜਾ ਬੰਦਾ ਮਰੇ ਨਾ, ਉਹਨੂੰ ਉੱਦਾਂ ਮਾਰ ਦਿਓ, ਇੰਨਾ ਕਹਿ ਦਿਓ ਵੀ ਇਹ ਤਾਂ ਬੇਅਦਬੀ ਕਰਦਾ ਹੈ, ਇਹ ਗੁਰੂ ਸਾਹਿਬ ਨੂੰ ਬੋਲਦਾ ਹੈ, ਇਹ ਦਰਬਾਰ ਸਾਹਿਬ ਨੂੰ ਆਮ ਬਿਲਡਿੰਗ ਕਹਿੰਦਾ ਹੈ। ਮੇਰੀ ਸਟੇਟਮੈਂਟ ਸੁਣਾਉਣ ਤਾਂ ਸਹੀ ਵੀ ਆਹ ਦਰਬਾਰ ਸਾਹਿਬ ਬਾਰੇ ਮੇਰੀ ਸਟੇਟਮੈਂਟ ਹੈ ਜਾਂ ਅਕਾਲ ਤਖਤ ਬਾਰੇ ਮੇਰੀ ਸਟੇਟਮੈਂਟ ਹੈ, ਉਹੀ ਤਾਂ ਮੈਂ ਸੁਣਨਾ ਚਾਹੁੰਦਾ। ਸਭ ਤੋਂ ਵੱਧ ਗੁਰੂ ਸਾਹਿਬ
ਦਰਬਾਰ ਸਾਹਿਬ ਤੇ ਅਕਾਲ ਤਖਤ। ਗੁਰੂ ਸਾਹਿਬ ਨੂੰ ਵਿਰੁੱਧ ਗਲਤ ਬੋਲਦਾ ਹੈ, ਅਕਾਲ ਤਖਤ ਨੂੰ ਬੋਲਦਾ ਹੈ, ਦਰਬਾਰ ਸਾਹਿਬ ਨੂੰ ਬੋਲਦਾ ਹੈ। ਇਹ ਸਟੇਟਮੈਂਟ ਮੈਂ ਜਥੇਦਾਰ ਜੀ ਤੋਂ ਸਾਹਮਣੇ ਬਹਿ ਕੇ ਮੀਡੀਆ 'ਚ ਸੁਣਨੀ ਚਾਹੁੰਦਾ ਵੀ ਮੇਰੀ ਸਟੇਟਮੈਂਟ ਕਿੱਥੇ ਹੈ, ਮੈਂ ਸੁਣਨੀ ਹੈ। ਤੁਸੀਂ ਇਹ ਸਪਸ਼ਟ ਤੌਰ ਤੇ ਨਾ ਕਰ ਦਿਓ ਕਿ ਤੁਸੀਂ ਨਹੀਂ ਕਿਹਾ ਬਿਲਡਿੰਗ ਨਹੀਂ ਕਿਹਾ ਸਧਾਰਨ ਬਿਲਡਿੰਗ ਹੈ। ਇਹ ਯਾਰ ਜਿਹੜੇ ਬੰਦੇ ਤੁਹਾਡੇ ਸਰੋਤੇ ਨੇ, ਜਥੇਦਾਰ ਨੇ ਤਾਂ ਸੁਣਾਉਣੀ ਨਹੀਂ, ਪਰ ਸਰੋਤੇ ਲੱਭ ਲੈਣ ਨਾ, ਨੈੱਟ ਤੇ ਜਾਣ, ਲੱਭਣ ਵੀ ਦਰਬਾਰ ਸਾਹਿਬ ਨੂੰ ਆਮ ਬਿਲਡਿੰਗ ਹੈ, ਇੱਥੇ ਜਾਓ ਨਾ। ਇਹ ਤਾਂ ਕਹਿੰਦੇ ਨੇ ਢੱਡਰੀਆਂ ਵਾਲਾ ਕਹਿੰਦਾ ਵੀ ਸਰੋਵਰਾਂ ਦੇ ਵਿੱਚ ਝੋਨਾ ਬੀਜ ਦਿਓ, ਇਹ ਤਾਂ ਇਹ ਕਹਿੰਦਾ ਵੀ ਥਾਂ ਇੰਨਾ ਕਾਹ ਤੋਂ ਇਹ ਤਾਂ ਇਦਾਂ ਦੀ ਸਟੇਟਮੈਂਟ ਵੀ ਦਿੰਦੇ ਨੇ। ਇਹਨਾਂ ਦੇ ਇਲਜ਼ਾਮਾਂ ਦਾ ਕੀ ਹੈ, ਜਿੰਨੇ ਮਰਜ਼ੀ ਲਾ ਦੇਣ। ਖੈਰ ਤੁਸੀਂ ਧਰਮ ਨਾਲੋਂ ਧਰਮ ਦੇ ਪ੍ਰਚਾਰਕ ਹੋਣ ਦੇ ਨਾਲ ਨਾਲ ਤੁਸੀਂ ਤਰਕ ਦੀ ਗੱਲ ਜ਼ਰੂਰ ਕਰਦੇ ਹੋ। ਇੱਥੇ ਮੇਰਾ ਇੱਕ ਸਵਾਲ ਹੈ ਵੀ ਪਹਿਲਾਂ ਤੁਸੀਂ ਨਾ ਇੱਕ ਕੁਝ ਸਮਾਂ ਪਹਿਲਾਂ ਤੁਸੀਂ ਕੀਰਤਨ ਕਰਦੇ ਹੁੰਦੇ ਸੀ ਢੋਲਕੀਆਂ ਛਾਣਾਂ ਨਾਲ, ਹੈ ਨਾ। ਉਸ ਤੋਂ ਬਾਅਦ ਤੁਸੀਂ ਆਪਣੇ ਪਹਿਲਾਂ ਨਾਮ ਦੇ ਨਾਮ ਨਾਲ ਸੰਤ ਵੀ ਲਾਉਂਦੇ ਹੁੰਦੇ ਸੀ। ਫਿਰ ਅਚਾਨਕ ਐਸਾ ਸਮਾਂ ਆਇਆ ਕਿ ਤੁਸੀਂ ਕਿਹਾ ਕਿ ਨਹੀਂ, ਮੇਰੇ ਤੋਂ ਗਲਤੀ ਹੋ ਗਈ, ਵੀ ਮੈਂ ਉਸ ਦਾ ਪਛਤਾਵਾ ਕਰਦਾ ਵੀ ਉਦੋਂ ਮੈਂ ਨਾ ਸਮਝੀ ਦੇ ਵਿੱਚ ਕੁਛ ਹੋਇਆ ਮੇਰੇ ਤੋਂ। ਪਰ ਉਦੋਂ ਵੀ ਤੁਹਾਡੇ ਲੱਖਾਂ ਫੋਲੋਅਰ ਸੀ ਜਿਹੜੇ ਤੁਹਾਨੂੰ ਫੋਲੋ ਕਰਦੇ ਸੀ, ਉਸ ਤਰੀਕੇ ਨਾਲ ਫੋਲੋ ਕਰਦੇ ਸੀ। ਹੁਣ ਤੁਸੀਂ ਤਰਕ ਕਰਦੇ ਹੋ, ਹਰ ਗੱਲ ਦਾ ਤਰਕ, ਤੁਸੀਂ ਤਰਕ ਨਾਲ ਅੱਛਾ ਜਵਾਬ ਦਿੰਦੇ ਹੋ, ਸਹੀ ਹੈ, ਗਲਤ ਤੋਂ ਬਾਅਦ ਦੀ ਗੱਲ ਹੈ। ਪਰ ਤੁਹਾਡੇ ਹੁਣ ਵੀ ਕਈ ਲੋਕ ਤੁਹਾਡੇ ਜਿਹੜੇ ਫੋਲੋਅਰਸ ਨੇ, ਲੱਖਾਂ ਫੋਲੋਅਰ ਤੁਹਾਡੇ ਨਾਲ ਮਿਲ ਕੇ ਤਰਕ ਕਰਨ ਲੱਗ ਗਏ। ਹੁਣ ਲੋਕ ਕਹਿੰਦੇ ਵੀ ਸਾਡਾ ਬੇਵਿਸ਼ਵਾਸੀ ਹੈ ਰਣਜੀਤ ਸਿੰਘ 'ਤੇ, ਵੀ 10 ਸਾਲਾਂ ਬਾਅਦ ਭਾਈ ਸਾਹਿਬ ਕਹਿ ਦਿੰਦੇ ਨਹੀਂ ਯਾਰ ਤਰਕ ਵਾਲੀ ਗੱਲ ਵੀ ਮੇਰੇ ਤੋਂ ਗਲਤ ਹੋ ਗਈ। ਜਿਹੜੀ ਉਸ ਸਮੇਂ ਦੇ ਵਿੱਚ ਕੌਮ ਦਾ ਨੁਕਸਾਨ ਹੋਇਆ, ਜਾਂ ਜਦੋਂ ਤੁਸੀਂ ਸੰਤ ਲਾਉਂਦੇ ਸੀ, ਜਾਂ ਇਸ ਤੋਂ ਬਾਅਦ ਅਗਰ ਤੁਸੀਂ ਇਸ ਗੱਲ ਤੋਂ ਮੁੱਕਰੇ ਤਾਂ ਨੁਕਸਾਨ ਹੋਏਗਾ, ਉਹਦਾ ਜ਼ਿੰਮੇਵਾਰ ਕੌਣ ਹੈ? ਨਹੀਂ ਦੇਖੋ, ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਆਈ। ਲੋਕਾਂ ਨੇ ਮੈਨੂੰ ਪਿਆਰ ਕੀਤਾ, ਜੋ ਮੈਂ ਸਮਝਦਾ ਸੀ ਮੈਂ ਸੁਣਾਇਆ। ਜਿਵੇਂ ਜਿਵੇਂ ਬੰਦਾ ਅਪਡੇਟ ਹੁੰਦਾ ਹੈ, ਸਮਝਦਾ ਹੈ, ਆਪਣੇ ਆਪ ਨੂੰ ਬਦਲਦਾ ਹੈ, ਮੈਂ ਬਦਲਿਆ। ਇਹਦੇ ਵਿੱਚ ਪ੍ਰੋਬਲਮ ਹੋਣੀ ਨਹੀਂ ਚਾਹੀਦੀ। ਜਿਹੜਾ ਅੱਜ ਤਰੀਕਾ ਆ, ਹੋ ਸਕਦਾ ਕੱਲ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਸੀ। ਇੱਕ ਬੰਦੇ ਦੀ ਆਪਦੀ ਪਰਸਨਲ ਲਾਈਫ ਹੋਵੇ ਤਾਂ ਬਦਲ ਸਕਦਾ, ਪਰ ਤੁਹਾਡੇ ਨਾਲ ਤਾਂ ਲੱਖਾਂ ਲੋਕ ਜੁੜੇ ਹੁੰਦੇ ਨੇ ਨਾ। ਤੁਹਾਡੀ ਗੱਲ ਬਹੁਤ ਲੋਕ ਸੋਚਦੇ ਨੇ, ਸੁਣਦੇ ਨੇ, ਉਹਨੂੰ ਫੋਲੋ ਕਰਦੇ ਨੇ। ਮੈਨੂੰ ਲੱਗਦਾ ਤੁਹਾਨੂੰ ਗੱਲ ਉਦੋਂ ਕਹਿਣੀ ਚਾਹੀਦੀ ਜਦੋਂ ਉੱਤੇ ਵਿਚਾਰ ਪੂਰਾ ਹੋ ਜਾਏ, ਉਸ ਨੂੰ ਬਦਲ ਨਾ ਸਕੇ, ਬਦਲਦਾ ਕੋਈ ਰਹਿ ਨਾ ਜਾਵੇ ਕੋਈ ਆਪਸ਼ਨ। ਨਹੀਂ, ਇਦਾਂ ਨਹੀਂ ਹੁੰਦਾ ਵੀਰ ਜੀ। ਅਪਡੇਟ ਹਰ ਬੰਦਾ ਹੁੰਦਾ ਰਹਿੰਦਾ ਆ, ਢੰਗ ਤਰੀਕੇ ਬਦਲਦੇ ਰਹਿੰਦੇ ਹੈ। ਔਰ ਇਹੀ ਤਾਂ ਸਿੱਖਣਾ, ਸਿੱਖ ਦਾ ਅਰਥ ਹੀ ਹੈ ਵੀ ਨਿਤ ਨਵਾਂ ਸਿੱਖਦਾ ਰਹੇ, ਆਪਣੇ ਐਕਸਪੀਰੀਅੰਸ ਸਾਂਝੇ ਕਰਦਾ ਰਹੇ, ਆਪਣੇ ਐਕਸਪੀਰੀਅੰਸ ਸਾਂਝੇ ਕਰੇ। ਮੈਨੂੰ ਸੁਣਨ ਵਾਲੇ ਬਹੁਤ ਬੰਦੇ ਜਿਹੜੇ ਬਾਬਿਆਂ ਵਿੱਚ ਵੀ ਸੀ, ਉਦੋਂ ਵੀ ਮੈਨੂੰ ਸੁਣਦੇ ਸੀ, ਉਹਨਾਂ ਨੇ ਆਪਣੇ ਆਪ ਨੂੰ ਉੱਦਾਂ ਢਾਲਿਆ। ਜਿਵੇਂ ਜਿਵੇਂ ਪ੍ਰੈਕਟਿਸ ਕਰਦੇ ਰਹੇ, ਹੁਣ ਵੀ ਕਹਿੰਦੇ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਡੀਆਂ ਗੱਲਾਂ ਲਾਗੂ ਕਰ ਕਰਕੇ ਵੇਖਿਓ, ਨਾਲ ਤੁਰੇ ਹੋਏ ਆ। ਕੁਝ ਬੰਦੇ ਹੋਣਗੇ ਜਿਹੜੇ ਹਟੇ ਹੋਣਗੇ, ਬਹੁਤ ਬੰਦੇ ਨੇ ਜਿੱਦਾਂ ਪਹਿਲਾਂ ਸੁਣਦੇ ਸੀ ਉਵੇਂ ਹੀ ਅੱਜ ਵੀ ਮੈਨੂੰ ਪਿਆਰ ਕਰਦੇ ਨੇ, ਕਹਿੰਦੇ ਬਿਲਕੁਲ ਠੀਕ ਹੈ। ਜਿਵੇਂ ਜਿਵੇਂ ਅਪਡੇਟ ਹੁੰਦੇ ਹੋ, ਅਸੀਂ ਨਾਲ ਨਾਲ ਅਪਡੇਟ ਕਰਨਾ ਆਪਣੇ ਆਪ ਨੂੰ। ਖੈਰ, ਇੱਕ ਤੁਸੀਂ ਤਰਕ ਕਰਦੇ ਹੋ, ਤੁਹਾਨੂੰ ਕੀ ਲੱਗਦਾ ਹੈ ਜੇ ਆਪਾਂ ਤਰਕ ਦੀ ਗੱਲ ਕਰੀਏ, ਕਿਉਂਕਿ ਕਿਸੇ ਵੀ ਗੱਲ ਨੂੰ ਅਸੀਂ, ਤਰਕ ਦਾ ਮਤਲਬ ਹੁੰਦਾ ਵੀ ਜਦੋਂ ਕਿਸੇ ਵੀ ਗੱਲ ਨੂੰ ਅਸੀਂ ਸਿਆਣਪ ਨਾਲ ਐਨਾਲਾਈਜ਼ ਕਰਦੇ ਹਾਂ, ਹੈ ਨਾ, ਚੰਗੀ ਗੱਲ ਹੈ। ਪਰ ਉਹ ਕਿਸੇ ਹੋਰ ਮਸਲਿਆਂ 'ਤੇ ਤਰਕ ਹੋਣਾ ਭਾਈ ਸਾਹਿਬ ਅਲੱਗ ਗੱਲ ਹੈ। ਪਰ ਤੁਸੀਂ ਤਰਕ ਕਰਦੇ ਹੋ ਧਰਮ ਦੀਆਂ ਗੱਲਾਂ 'ਤੇ। ਧਰਮ ਦੀ ਗੱਲ ਤੁਹਾਨੂੰ ਲੱਗਦਾ ਵੀ ਜੇ ਤਰਕ ਹੋਣ ਲੱਗ ਜੇ ਤਾਂ ਦੁਨੀਆ ਦਾ ਕੋਈ ਵੀ ਧਰਮ ਨਹੀਂ ਹੈ ਜਿਹੜਾ ਟਿਕ ਪਾਊਗਾ? ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਜੇ ਹਰ ਗੱਲ 'ਤੇ ਅਸੀਂ ਤਰਕ ਕਰੀਏ ਤਾਂ ਜਿਹੜੇ ਧਾਰਮਿਕ ਸ਼ਰਧਾਲੂ ਹੈ ਲੋਕ, ਜਿਹੜੇ ਜਿਹਦੇ 'ਚ ਭਾਵਨਾ ਹੈ ਉਹ ਖਰਾਬ ਹੁੰਦੀ ਹੈ। ਹਰ ਗੱਲ 'ਤੇ ਤਰਕ ਨਹੀਂ ਹੋ ਸਕਦਾ। ਮੰਨ ਲਓ, ਮੈਂ ਇੱਕ ਐਗਜ਼ਾਮਪਲ ਛੋਟੀ ਜਿਹੀ ਦਿੰਦਾ, ਜੇ ਤੁਸੀਂ ਕਿਸੇ ਐਸੀ ਗੱਲ 'ਤੇ ਤਰਕ ਕਰਦੇ ਹੋ ਜਿਹਦੇ ਨਾਲ ਸਾਡੀ ਆਉਣ ਵਾਲੀ ਯੂਥ ਦਾ ਭਲਾ ਹੁੰਦਾ, ਬਹੁਤ ਚੰਗੀ ਗੱਲ ਹੈ। ਪਰ ਜੇ ਤੁਸੀਂ ਤਰਕ ਕਰਦੇ ਹੋ ਕਿ ਕੁਛ ਵੀ ਜਿਹੜੇ ਲੋਕ ਅੰਨੀ ਭਗਤੀ ਕਰਦੇ ਨੇ ਜਾਂ, ਹੈ ਨਾ, ਉਹ ਚੰਗੀ ਗੱਲ ਹੈ। ਪਰ ਮੰਨ ਲਓ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਦੀ ਗੱਲ ਕੀਤੀ, ਹਮੇਸ਼ਾ ਵੀ ਕਿਰਤ ਕਰਨੀ ਹੈ, ਹਮੇਸ਼ਾ ਤੁਸੀਂ ਕੰਮ ਦੇ ਵਿੱਚ ਵਿਸ਼ਵਾਸ ਰੱਖੋ, ਕਦੇ ਮੂਰਤੀ ਨੂੰ ਨਾ ਪੂਜੋ, ਸਾਰਾ ਕੁਛ ਕਰੋ। ਗੁਰੂ ਤੇਗ ਬਹਾਦਰ ਜੀ ਨੇ ਭਗਤੀ ਕੀਤੀ ਹੈ, ਫਿਰ ਤੁਸੀਂ ਤਰਕ ਇੱਥੇ ਕਰਦੇ ਹੋ ਤਾਂ ਫਿਰ ਉਹ ਵੀ ਇੱਥੇ ਵੀ ਬਣਦਾ। ਫਿਰ ਨਿੱਕੀਆਂ ਨਿੱਕੀਆਂ ਗੱਲਾਂ ਜੇ ਅਸੀਂ ਕੱਢਾਂਗੇ ਤਾਂ ਬਹੁਤ ਸਾਰਾ ਸਾਡੇ ਧਰਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਹੀ ਉੱਡ ਜਾਣਾ। ਫਿਰ ਮੇਰਾ ਇੱਕ ਸਵਾਲ ਹੈ ਤੁਹਾਨੂੰ, ਤੁਸੀਂ ਪੱਤਰਕਾਰ ਹੋ, ਤੁਸੀਂ ਗੁਰੂ ਨਾਨਕ ਦੀ ਇੰਟਰਵਿਊ ਲੈ ਰਹੇ ਹੋ, ਠੀਕ ਹੈ। ਇੰਟਰਵਿਊ ਲੈਣ ਤੋਂ ਪਹਿਲਾਂ ਤੁਸੀਂ ਉਹਨਾਂ ਦੀ ਬਾਣੀ ਪੜ੍ਹੋਗੇ ਨਾ, ਠੀਕ ਹੈ। ਜਪਜੀ ਸਾਹਿਬ ਹੀ ਪੜ੍ਹ ਲਿਓ, ਇਕੱਲਾ ਸ਼ੁਰੂ ਕਰਿਓ। ਸੋਚੈ ਸੋਚ ਨਾ ਹੋ ਬਈ, ਜੇ ਸੋਚੀ ਲੱਖ ਵਾਰ। ਬੜਾ ਵੱਡਾ ਫਿਰਕਾ ਸੀ ਜਿਹੜਾ ਨਹਾਉਣ ਨੂੰ ਬੜਾ ਮਹਾਨ ਸਮਝਦਾ ਸੀ, ਹੈ ਨਾ। ਉਹਨਾਂ ਨੇ ਆਉਣ ਸਾਰ ਸ਼ੁਰੂ ਹੀ ਇੱਥੋਂ ਕੀਤਾ। ਇਹ ਤਰਕ ਹੈ। ਹੁਣ ਪੱਤਰਕਾਰ ਆਇਆ ਨਹਾਉਣ ਵਾਲਿਆਂ ਦਾ, ਉਹਨਾਂ ਸਾਹਮਣੇ ਕੀ ਸਵਾਲ ਕਰੂਗਾ? ਆਹੀ ਵੀ ਐਡਾ ਤਬਕਾ ਨਹਾਉਂਦਾ ਹੈ, ਤੁਸੀਂ ਕੀ ਕਰੀ ਜਾਂਦੇ ਹੋ? ਮਤਲਬ ਤਰਕ ਨਾਲ ਤਾਂ ਵਿਸ਼ਵਾਸ ਟੁੱਟ ਜੂ ਉਹਨਾਂ ਦਾ, ਠੀਕ ਹੈ। ਅਗਲਾ ਚੁੱਪ ਹੈ,
ਚੁੱਪ ਨਾ ਹੋ ਬਈ ਜੇ ਲਾਏ ਰਹਾ ਲਿਵ ਤਾਰ। ਅੱਖਾਂ ਬੰਦ ਕਰਕੇ ਮੌਨ ਰੱਖ ਕੇ ਬਹਿੰਦੀ ਸੀ ਬੜੀ ਦੁਨੀਆ ਜੋਗੀ। ਉਹਨਾਂ ਨੇ ਕਿਹਾ ਇਹ ਤਾਂ ਇਹਦੇ ਨਾਲ ਕੀ ਹੋ ਜਾਣਾ, ਇਹਦੇ ਨਾਲ ਮਨ ਚੁੱਪ ਹੋ ਗਿਆ ਕਿਤੇ ਤੇਰਾ, ਅੰਦਰ ਤੇ ਬੋਲੀ ਜਾਂਦਾ। ਹੁਣ ਸਵਾਲ ਕਰਾਂਗੇ ਵੀ ਏਡਾ ਧਬਕਾ ਉਹਨਾਂ ਨੂੰ ਮੰਨਦਾ, ਤੁਹਾਨੂੰ ਕੀ ਹੋ ਗਿਆ ਮਹਾਰਾਜ? ਠੀਕ ਹੈ। ਅਗਲਾ ਭੁੱਖੇ ਰਹਿ ਕੇ ਰੱਬ ਮਿਲਦਾ ਵਰਤ ਰੱਖ ਕੇ। ਉਹਨਾਂ ਨੂੰ ਸਵਾਲ, ਮਹਾਰਾਜ ਤੁਸੀਂ ਕੀ ਕਰੀ ਜਾਂਦੇ? ਦੁਨੀਆ ਤਾਂ ਵਰਤ ਰੱਖਦੀ ਹੈ, ਰੱਬ ਨੂੰ ਖੁਸ਼ ਕਰਦੀ ਹੈ, ਪਰ ਕਹਿੰਦੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਮਤਲਬ ਜਿਹੜੇ ਤਰਕ ਹੈ ਮਹਾਰਾਜ, ਇਹਦਾ ਤੁਸੀਂ ਇਹ ਦੱਸੋ ਵੀ ਨੁਕਸਾਨ ਹੁੰਦਾ ਕੋਈ? ਉਹ ਕਹਿੰਦੇ ਆ ਤਰਕ ਦਾ ਮਤਲਬ ਹੁੰਦਾ ਵੀਰ ਜੀ ਗਲਤ ਠੀਕ ਨੂੰ ਪਰਖਣਾ, ਵਿਚਾਰ ਕਰਨੀ। ਤੁਸੀਂ ਕੋਈ ਚੀਜ਼ ਖਰੀਦਦੇ ਹੋ, ਸ਼ਰਟ ਖਰੀਦੀ ਹੈ, ਪੈਂਟ ਖਰੀਦੀ ਹੈ, ਹੁਣ ਅਗਲਾ ਤੁਹਾਨੂੰ ਕਹਿ ਦੇਵੇ ਵੀ ਉੱਦਾਂ ਤਾਂ ਪੈਂਟ 2000 ਦੀ ਹੈ, ਤੁਹਾਨੂੰ ਕਹੇ 200 ਦੀ ਲੈ ਲਓ, ਤਾਂ ਮਾਈਂਡ ਸੋਚੂਗਾ ਨਹੀਂ ਵੀ ਯਾਰ ਐਂ ਕਿਵੇਂ ਸਸਤੀ ਦੇਈ ਜਾਂਦਾ। ਤਰਕ ਦਾ ਮਤਲਬ ਹੁੰਦਾ ਹੈ ਵਿਵੇਕ। ਮਹਾਰਾਜ ਨੇ ਵਿਵੇਕੀ ਬਣਾਇਆ। ਵਿਵੇਕੀ ਦਾ ਅਰਥ ਸਹੀ ਜਾਂ ਗਲਤ ਦੀ ਪਛਾਣ। ਹੁਣ ਗਲਤ ਦੇ ਉੱਤੇ ਜਦੋਂ ਸਵਾਲ ਕਰਨਾ ਉਹ ਤਰਕ ਹੈ, ਠੀਕ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ। ਮਹਾਰਾਜ ਇਹਦਾ ਨੁਕਸਾਨ ਹੁੰਦਾ, ਕਹਿੰਦੇ ਜੋਗੀ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣਾ ਅੰਧ, ਤੀਨੇ ਉਜਾੜੇ ਕਾ ਬੰਦ। ਮੇਰੀ ਗੱਲ ਸੁਣਿਓ, ਇੰਨੀ ਤਰਕ ਮੈਂ ਨਹੀਂ ਕੀਤੀ, ਮੇਰੀ ਤਾਂ 1% ਹੈ। ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਵੇਖੋ 100%। ਤੁਹਾਨੂੰ ਅਸਲ 'ਚ ਜਿਹੜਾ ਇਹ ਧਰਮ ਹੈ, ਸਾਡਾ ਧਰਮ ਹੈ ਵਿਵੇਕੀ ਬਣਨਾ, ਅਕਲ ਵਾਲੇ ਬਣਨਾ। ਅਕਲ ਵਾਲੇ ਬਣਨ ਵਿੱਚ ਜੋ ਗਲਤ ਹੈ ਉਹਦੇ ਤੇ ਤਰਕ ਕਰਨੀ, ਵਿਚਾਰ ਕਰਨੀ। ਵਿਚਾਰ ਕਰਨੀ ਹੈ, ਤਰਕ ਨਹੀਂ ਵਿਚਾਰ। ਤੇ ਵਿਚਾਰ ਵਿੱਚ ਗਲਤ ਨੂੰ ਛੱਡਣਾ ਤੇ ਠੀਕ ਨੂੰ ਅਪਣਾਉਣਾ। ਭਾਈ ਸਾਹਿਬ ਮੈਂ ਤੁਹਾਡੇ ਨਾਲ ਇਸ ਗੱਲ ਤੇ ਪੂਰੀ ਤਰ੍ਹਾਂ ਸਹਿਮਤ ਹੈ ਕਿ ਕੁਝ ਚੀਜ਼ਾਂ ਨੂੰ ਗਲਤ ਤੇ ਸਹੀ, ਇਹੀ ਤਾਂ ਧਰਮ ਹੁੰਦਾ। ਦਰਅਸਲ ਸਾਡੇ ਧਰਮ ਦਾ ਮਤਲਬ ਹੀ ਇਹ ਹੈ ਵੀ ਗਲਤ ਸਹੀ ਨੂੰ ਅਸੀਂ ਪਹਿਚਾਨਣਾ। ਮੇਰਾ ਸਵਾਲ ਇਹ ਸੀ ਕਿ ਚਲੋ ਗੁਰੂ ਨਾਨਕ ਦੇਵ ਜੀ ਨੇ ਗੱਲ ਕਹੀ ਵੀ ਚਲੋ ਅਸੀਂ ਬਹੁਤ ਸਾਰੇ ਤਰਕ ਕੀਤੇ, ਜਿਹੜੇ ਵਹਿਮ ਭਰਮ ਸੀ ਉਹ ਹਟਾਏ, ਪਰ ਜਿਹੜੇ ਸਾਡੇ ਲੋਕ ਨੇ ਜਿਹੜੇ ਸ਼ਰਧਾ ਦੇ ਵਿੱਚ ਨੇ, ਤੁਸੀਂ ਜਦੋਂ ਉਹਨਾਂ ਨਾਲ ਤਰਕ ਦੀ ਗੱਲ ਕਰਦੇ ਹੋ ਨਾ ਤਾਂ ਉਹਨਾਂ ਦੀ ਸ਼ਰਧਾ ਟੁੱਟਦੀ ਹੈ। ਉਹ ਧਰਮ ਨੂੰ ਧਰਮ ਵਾਂਗੂ ਵੀ ਮੰਨਣੋਂ ਹਟ ਜਾਂਦੇ। ਸ਼ਾਇਦ ਹਰ ਕੋਈ ਬੰਦਾ ਤੁਹਾਡੇ ਵਾਂਗੂ ਨਾ ਸੋਚਦਾ ਹੋਵੇ, ਤਾਂ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀਆਂ ਚੀਜ਼ਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਤੁਹਾਡੇ ਤਰਕ ਨਾਲ ਤੇ ਫਾਇਦਾ ਘੱਟ ਹੁੰਦਾ, ਉਹਨਾਂ ਤੋਂ ਤੁਹਾਨੂੰ ਅਵੋਇਡ ਕਰਨਾ ਚਾਹੀਦਾ? ਤੁਹਾਨੂੰ ਨਹੀਂ ਲੱਗਦਾ ਵੀ ਤੁਹਾਨੂੰ ਉਹੀ ਗੱਲਾਂ ਕਰਨੀਆਂ ਚਾਹੀਦੀਆਂ ਜਿਹੜੀਆਂ ਕੁਛ ਚੀਜ਼ਾਂ ਐਜ਼ ਆ ਧਰਮ ਨੂੰ ਧਰਮ ਵਾਂਗੂ ਰਹਿਣ ਦਿਓ? ਮੈਨੂੰ ਲੱਗਦਾ ਵੀ ਕਿਸੇ ਇੱਕ ਵੱਡੇ ਬੰਦੇ ਨੇ ਕਿਹਾ ਵੀ ਧਰਮ ਨੂੰ ਅਸੀਂ ਧਰਮ ਵਾਂਗੂ ਰਹਿਣ ਦਾਂਗੇ ਤਾਂ ਧਰਮ ਰਹੇਗਾ, ਜੇ ਅਸੀਂ ਬਹੁਤ ਜ਼ਿਆਦਾ ਤਰਕ ਕਰਾਂਗੇ ਤਾਂ ਖਰਾਬ ਹੋ ਜਾਏਗਾ। ਮੇਰੀ ਸੁਣੋ, ਜਵਾਬ ਦਿਓ ਮੈਨੂੰ ਮੇਰੀ ਇਸ ਗੱਲ ਦਾ, ਕਿਉਂਕਿ ਜੇ ਤੁਸੀਂ ਇਦਾਂ ਗੱਲ ਕਰੋਗੇ ਤਾਂ ਮੈਂ ਤੁਹਾਡੇ ਤੋਂ ਜਵਾਬ ਮੰਗਦਾ। ਤੁਸੀਂ ਕਾਂਗਰਸੀਆਂ ਦੇ ਗਲਤ ਕੰਮ ਤੇ ਤਰਕ ਕਰਦੇ ਹੋ ਕਿ ਨਹੀਂ? ਜਵਾਬ ਦਿਓ। ਨਹੀਂ ਜਵਾਬ ਦਿਓ। ਕਰਦੇ ਹੋ ਨਾ? ਬੜੇ ਲੋਕੀ ਕਾਂਗਰਸ ਨਾਲ ਜੁੜੇ ਹੋਏ ਨੇ, ਦਿਲ ਕਿਉਂ ਤੋੜਦੇ ਹੋ ਉਹਨਾਂ ਦਾ? ਅਕਾਲੀ ਦਲ ਤੇ ਤਰਕ ਕਰਦੇ ਹੋ ਨਾ? ਬੜੇ ਲੋਕੀ ਅਕਾਲੀ ਦਲ ਨਾਲ ਜੁੜੇ ਹੋਏ ਨੇ। ਕੇਜਰੀਵਾਲ ਤੇ ਕਰਦੇ ਹੋ? ਕਦੇ ਕਦੇ ਕਰਦੇ ਹੋ? ਕਰਦੇ ਬਿਲਕੁਲ। ਤੇ ਕੇਜਰੀਵਾਲ ਨੂੰ ਵੀ ਪਿਆਰ ਕਰਦੇ ਨੇ ਲੋਕ। ਮਤਲਬ ਕੀ ਹੈ ਇਹ? ਕੀ ਹੈ? ਜਵਾਬ ਦਿਓ। ਇਹੀ ਗੱਲ ਮੈਂ ਤੁਹਾਨੂੰ ਪੁੱਛ ਰਿਹਾ। ਤੁਸੀਂ ਹਾਂ, ਜੇ ਅਸੀਂ ਦਿਲ ਤੋੜਨ ਦੀ ਗੱਲ ਹੀ ਸੋਚਣ ਲੱਗ ਜਾਈਏ ਫਿਰ ਤਾਂ ਅਸੀਂ ਕਿਸੇ ਨੂੰ ਮਾੜਾ ਕਹਿ ਹੀ ਨਾ ਸਕੀਏ। ਸਭ ਤੋਂ ਵੱਡੇ ਤਰਕਸ਼ੀਲ ਤੁਸੀਂ ਹੋ, ਪੱਤਰਕਾਰ। ਤਰਕ ਤੋਂ ਬਿਨਾ ਪੱਤਰਕਾਰਤਾ ਕਾਹਦੀ ਹੈ ਯਾਰ? ਤੇ ਫਿਰ ਤੁਸੀਂ ਤਰਕ ਜੇ ਤੁਸੀਂ ਇਹ ਗੱਲ ਕਰੋਗੇ, ਜੇ ਪੱਤਰਕਾਰ ਇਹ ਗੱਲ ਕਰੂਗਾ, ਯਾਰ ਜਾਈਏ ਕਿੱਥੇ? ਪੱਤਰਕਾਰ ਤਰਕ ਚੋਂ ਨਿਕਲਿਆ, ਤਰਕ ਕੀ ਕਰਦਾ ਤੇ ਆ ਕੇ ਪੁੱਛਦਾ ਤਰਕ ਕਿਉਂ ਕਰਦੇ ਆ? ਮਤਲਬ ਕੀ? ਮੈਨੂੰ ਜਵਾਬ ਦਿਓ ਜੀ। ਤਾਂ ਬਿਲਕੁਲ, ਮੈਂ ਪਹਿਲਾਂ ਵੀ ਕਿਹਾ ਕਿ ਮੈਂ ਅੱਜ ਤੱਕ ਜੇ ਸੁਣਦਾ ਆ ਤਾਂ ਤਰਕ ਦੀ ਗੱਲ ਬਹੁਤ ਚੰਗੀ ਲੱਗਦੀ ਹੈ ਨਾ। ਅਸੀਂ ਤੁਸੀਂ ਤਰਕ ਨੂੰ ਵਿਰੋਧ ਕਿਉਂ ਕਰ ਰਹੇ ਹੋ? ਵਿਰੋਧ ਨਹੀਂ ਕਰ ਰਹੇ। ਦਰਅਸਲ ਗੱਲ ਇਹ ਹੈ ਕਿ ਜਿਸ ਤਰਕ ਦੇ ਨਾਲ ਅਸੀਂ ਗੱਲ ਤੁਸੀਂ ਕਰ ਰਹੇ ਹੋ, ਉਸ ਤਰਕ ਦੇ ਨਾਲ ਅਸੀਂ ਸਾਰੀਆਂ ਗੱਲਾਂ ਕਰੀਏ ਨਾ ਤਾਂ ਸਾਡੇ ਗੁਰੂ ਸਾਹਿਬਾਨਾਂ ਤੇ ਵੀ ਲੋਕ ਸਵਾਲ ਚੱਕਣ ਸ਼ੁਰੂ ਕਰ ਦੇਣਗੇ ਤੇ ਉਹ ਜਿਹੜੀ ਸ਼ਰਧਾ ਫਿਰ ਉਹ ਸ਼ਰਧਾ ਵਾਂਗੂ ਰਹਿਣ ਦਿਓ। ਨਹੀਂ, ਇਦਾਂ ਤੁਸੀਂ ਫੇਰ ਉਹੀ ਗੱਲ ਕਰੀ ਜਾਂਦੇ ਹੋ। ਜੇ ਤਰਕ ਕਰਨ ਲੱਗ ਜਾਓਗੇ ਐਮਐਲਏਆਂ ਉੱਤੇ, ਕੱਲ ਨੂੰ ਲੋਕ ਮੁੱਖ ਮੰਤਰੀ ਤੇ ਵੀ ਕਰਨਗੇ। ਕਿਉਂ ਕਰਦੇ ਹੋ ਤਰਕ? ਮੈਂ ਤੁਹਾਨੂੰ ਫੇਰ ਉਹੀ ਪੁੱਛਦਾ ਸਵਾਲ, ਵੀਰ ਜੀ ਇਦਾਂ ਨਹੀਂ ਹੁੰਦਾ। ਜੇ ਮੈਂ ਮੈਂ ਦੇਖੋ, ਮੈਂ ਹਮੇਸ਼ਾ ਪੱਤਰਕਾਰਾਂ ਨਾਲ ਬਹੁਤ ਰਿਸਪੈਕਟ ਨਾਲ ਗੱਲ ਕਰਦਾ। ਮੈਂ ਹੁਣ ਤਾਂ ਤੁਹਾਨੂੰ ਕਰਦਾ ਵੀ ਜੇ ਤੁਸੀਂ ਉਹੀ ਕੁੰਡੀ ਰੱਖਣੀ ਹੈ ਫਿਰ ਮੇਰੇ ਸਵਾਲਾਂ ਦਾ ਜਵਾਬ ਦੇ ਕੇ ਅਗਲਾ ਸਵਾਲ ਕਰਿਓ। ਅਗਲਾ ਮੈਂ ਤੁਹਾਨੂੰ ਤੁਸੀਂ ਕਰਿਓ, ਮੈਂ ਜਵਾਬ ਮੰਗੂ, ਮੈਂ ਵੀ ਪੱਤਰਕਾਰ ਬਣੂੰਗਾ। ਹੁਣ ਐਂ ਪੁੱਛੂੰ, ਕੱਲੇ ਕੱਲੇ ਸਵਾਲ ਦੇ ਉੱਤੇ ਜਵਾਬ ਦਊਂ, ਦੇ ਕੇ ਫਿਰ ਅੱਗੇ ਜਾਣ ਦਊਂ। ਅਗਲਾ ਕਰੋ। ਦਰਅਸਲ ਗੱਲ ਤੁਸੀਂ ਸ਼ਾਇਦ ਇਸ ਨੂੰ ਕਿਸੇ ਹੋਰ ਤਰੀਕੇ ਨਾਲ ਲੈ ਗਏ। ਨਹੀਂ, ਐ ਨਹੀਂ। ਹਾਂ, ਐ ਨਹੀਂ ਲੈ ਗਿਆ ਮੈਂ ਤੁਹਾਡੀ ਗੱਲ ਸਮਝ ਰਿਹਾ। ਮਤਲਬ ਤੁਸੀਂ ਜਿਹੜੀ ਗੱਲ ਜਿਸ ਐਂਗਲ ਤੋਂ ਕਰਦੇ ਹੋ ਮੈਂ ਉਵੇਂ ਹੀ ਤੁਹਾਨੂੰ ਪੁੱਛਦਾ
ਵੀ ਜਿਹੜੀ ਚੀਜ਼ ਯਾਰ ਹੈ ਹੀ ਵਿਚਾਰ ਕੀਤੀ ਬਿਨਾ ਸਮਾਜ ਵਿੱਚ ਤੁਸੀਂ ਤੁਹਾਡਾ ਜਵਾਬ ਪਤਾ ਕੀ ਚਾਹੀਦਾ? ਤੁਹਾਡਾ ਜਵਾਬ ਇਹ ਚਾਹੀਦਾ ਹੈ ਵੀ ਕਾਂਗਰਸੀਆਂ 'ਚ ਗਲਤ ਹੁੰਦਾ ਤਾਂ ਮੈਂ ਪੁੱਛਾਂ ਕਿਉਂ ਨਾ, ਨਹੀਂ ਤਾਂ ਲੁੱਟ ਕੇ ਖਾ ਜਾਣਗੇ। ਅਗਲਾ ਜਵਾਬ ਦਿਓ। ਅਕਾਲੀਆਂ 'ਚ ਗਲਤ ਹੁੰਦਾ ਲੁੱਟ ਕੇ ਖਾ ਜਾਣਗੇ, ਠੀਕ ਹੈ, ਇਹ ਜਵਾਬ ਤੁਸੀਂ ਦਿਓ, ਫਿਰ ਮੈਂ ਜਵਾਬ ਦੇਵਾਂਗਾ। ਜੇ ਗਲਤ ਢਾਂਚੇ ਤੇ ਤਰਕ ਮੈਂ ਨਾ ਕੀਤੀ ਤਾਂ ਇਹ ਢਾਂਚਾ ਸਾਨੂੰ ਲੁੱਟ ਕੇ ਖਾ ਜੂ, ਬਰਬਾਦ ਕਰ ਦੂ, ਸਾਨੂੰ ਅਪਾਹਜ ਬਣਾ ਦੂਗੇ, ਪਾਗਲ ਕਰ ਦੂ ਸਾਨੂੰ। ਮੈਂ ਪਹਿਲਾਂ ਵੀ ਕਿਹਾ ਕਿ ਮਹਾਰਾਜ ਕਹਿੰਦੇ ਪਿੰਗਲੇ ਭਜਾਤੇ ਮਹਾਰਾਜ ਨੇ, ਦੇਖਿਓ, ਪਿੰਗਲ ਪਰਬਤ ਪਾਰ ਪਰੇ, ਖਲ ਚਤਰਬ ਕੀਤਾ, ਅੰਧਲੇ ਤ੍ਰਿਭਵਨ ਸੂਝਿਆ, ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਕਹਿੰਦੇ ਆਹ ਸਾਧੂ ਸੀਗੇ ਜਿਹੜੇ ਉਹ ਸਾਡੇ ਵਾਲੇ 35, ਉਹਨਾਂ ਸਾਧੂਆਂ ਦੀ ਸੰਗਤ ਕਰਕੇ ਪਿੰਗਲੇ ਭੱਜ ਲਏ। ਮਤਲਬ ਜਿਹੜੇ ਦਿਮਾਗੀ ਪਿੰਗਲੇ ਸੀ ਤੁਰਨ ਲਾਤੇ ਮਹਾਰਾਜ ਨੇ, ਦਿਮਾਗ ਖੋਲ ਕੇ ਰੱਖਤੇ। ਵੀਰ ਜੀ ਤੁਸੀਂ ਹੋ ਨਾ ਜਿਹੜੇ ਲੋਕ ਪੱਤਰਕਾਰ, ਤੁਸੀਂ ਹਰ ਚੀਜ਼ ਤੇ ਤਰਕ ਕਰਦੇ ਹੋ, ਤੁਹਾਨੂੰ ਕੋਈ ਲੀਡਰ ਬੁੱਧੂ ਬਣਾ ਸਕਦਾ ਹੈ? ਪੱਤਰਕਾਰ ਮਹਿਕਮੇ ਨੂੰ ਤੁਸੀਂ ਦੱਸਿਓ, ਫੜ ਲੈਂਦੇ ਹੋ ਨਾ 1 ਮਿੰਟ 'ਚ, ਠੀਕ ਹੈ। ਤੁਹਾਨੂੰ ਕੋਈ ਬਾਬਾ ਜਿਹਦੇ ਤੁਸੀਂ ਸਮਾਗਮ 'ਚ ਗਏ ਹੋਵੋ ਤਾਂ ਲੋਕਾਂ ਦੇ ਦੁੱਖ ਕੱਟ ਰਿਹਾ ਹੋਵੇ, ਤੁਹਾਨੂੰ ਪੱਤਰਕਾਰਾਂ ਨੂੰ ਉਹ ਬੁੱਧੂ ਬਣਾ ਸਕਦਾ ਉਹ ਬਾਬਾ? ਦੱਸੋ, ਨਹੀਂ ਬਣਾ ਸਕਦਾ। ਪੱਤਰਕਾਰ ਤਾਂ ਯਾਰ ਪੱਤਰਕਾਰ ਹੁੰਦੇ ਨੇ। ਅੱਛਾ, ਪੱਤਰਕਾਰਾਂ ਨੂੰ ਕੋਈ ਬਿਜ਼ਨਸਮੈਨ ਵਾਲਾ ਜਾਂ ਦੂਜਾ ਤੀਜਾ ਕੋਈ ਕਮਲਾ ਕਰ ਸਕਦਾ? ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਕਿਉਂਕਿ ਉਹ ਪੱਤਰਕਾਰ ਨੇ, ਉਹ ਤਰਕ ਕਰਦੇ ਨੇ, ਠੀਕ ਹੈ। ਕੋਈ ਉਹਨੂੰ ਰਾਜਨੀਤਿਕ ਵੀ ਨਹੀਂ ਲੁੱਟ ਸਕਦਾ, ਉਹਨੂੰ ਕੋਈ ਬਾਬਾ ਵੀ ਨਹੀਂ ਲੁੱਟ ਸਕਦਾ। ਪੱਤਰਕਾਰ ਕਿੰਨੇ ਤੇਜ਼ ਹੁੰਦੇ ਨੇ, ਮੈਂ ਵਿਚਰਿਆ ਮਿਲਦਾ ਨਾ ਪੱਤਰਕਾਰਾਂ ਨੂੰ, ਕਿੰਨੇ ਦਿਮਾਗੀ ਨੇ। ਹੁਣ ਮੇਰਾ ਸਵਾਲ ਹੈ, ਜੇ ਇਹੋ ਜਿਹਾ ਸਾਰਾ ਸਮਾਜ ਹੋ ਜੇ, ਸਾਰਾ ਸਮਾਜ ਹੀ ਇਹੋ ਜਿਹਾ ਹੋ ਜੇ ਵੀ ਤੇਜ਼ ਦਿਮਾਗ, ਵੀ ਨਾ ਕੋਈ ਬਾਬਾ ਲੁੱਟ ਸਕੇ, ਜਦੋਂ ਰਾਜਨੀਤਿਕਾਂ ਨੇ ਗੱਲ ਕਰਨੀ ਉਹਨਾਂ ਨੇ ਪਹਿਲਾਂ ਹੀ ਫੜ ਲੈਣੀ ਹੈ। ਪਰ ਤੁਸੀਂ ਜੋ ਤੁਸੀਂ ਗੱਲ ਕਹਿ ਰਹੇ ਹੋ ਇਹਦੇ ਵਿੱਚ 1% ਵੀ ਕੋਈ ਸ਼ੰਕਾ ਨਹੀਂ, ਬਿਲਕੁਲ ਸਹੀ ਕਹਿ ਰਹੇ ਹੋ, ਬਹੁਤ ਸਹੀ ਕਹਿ ਰਹੇ ਹੋ ਤੁਸੀਂ। ਔਨ ਸਟੇਜ ਵੀ ਬਹੁਤ ਸਹੀ ਗੱਲਾਂ ਸਹੀ ਕਹਿੰਦੇ ਹੋ। ਪਰ ਮਸਲਾ ਇਹ ਹੈ ਕਿ ਜਿਹੜੀ ਤੁਸੀਂ ਮੇਰੀ ਗੱਲ ਕਰ ਰਹੇ ਹੋ ਜਾਂ ਪੱਤਰਕਾਰਾਂ ਦੀ ਗੱਲ ਕਰ ਰਹੇ ਹੋ, ਉਹ ਮਸਲੇ ਹੋਰ ਨੇ, ਰਾਜਨੀਤਿਕ ਨੇ ਜਾਂ ਸੁਸਾਇਟੀ ਦੇ ਮਸਲੇ ਨੇ। ਜਿਹੜਾ ਧਰਮ ਦਾ ਮਸਲਾ ਹੁੰਦਾ ਉਹਦੇ ਲਈ ਹਰ ਇੱਕ ਬੰਦਾ ਸੈਂਸਿਟਿਵ ਹੁੰਦਾ ਹੈ, ਹਰ ਇੱਕ ਬੰਦੇ ਦੇ ਮਨ ਦੇ ਵਿੱਚ ਕੋਈ ਅਲੱਗ ਹੁੰਦੀ। ਚਲੋ ਆਪਾਂ ਇਸ ਮਸਲੇ ਤੇ ਬਹੁਤ ਡਿਸਕਸ਼ਨ ਕਰ ਲਈ, ਤੁਸੀਂ ਗੱਲ ਅੱਗੇ ਕਰਦੇ ਆ, ਕਰੋ ਜੀ। ਹਾਂ ਚਲੋ ਫਿਰ ਇਹ ਤੇ ਹੋਰ ਕਰੋ ਫਿਰ ਬਹੁਤ ਚੰਗੀ ਗੱਲ ਹੈ ਜੀ, ਤੁਸੀਂ ਇਹਦੇ ਲਈ ਰਾਜੀ ਹੋ ਤਾਂ। ਪਰ ਇਹ ਗੱਲ ਇਹ ਹੈ ਕਿ ਮੰਨ ਲਓ ਮੇਰਾ ਸਵਾਲ ਤੁਸੀਂ ਸਮਝ ਵੀ ਗਏ, ਪਰ ਮੈਂ ਇੱਕ ਵਾਰੀ ਦਰਸ਼ਕਾਂ ਨੂੰ ਕਲੀਅਰ ਕਰਨ ਲਈ ਮੈਂ ਇੱਕ ਵਾਰੀ ਫਿਰ ਤੁਹਾਡੇ ਅੱਗੇ ਸਵਾਲ ਕਿਸੇ ਹੋਰ ਤਰੀਕੇ ਨਾਲ ਰੱਖਦਾ ਹਾਂ। ਮੇਰਾ ਸਵਾਲ ਇਹ ਹੈ ਕਿ ਮੰਨ ਲਓ ਵੀ ਇੱਕ ਬੰਦਾ ਧਰਮ ਨੂੰ ਚਾਹੁੰਦਾ, ਉਹਦੇ ਵਿੱਚ ਜਿਹੜੇ ਧਰਮ ਦੇ ਵਿੱਚ ਮੰਨ ਲਓ ਇਹ ਗੱਲ ਹੈ ਕਿ ਇੱਕ ਜਗ੍ਹਾ ਤੇ ਦੁੱਧ ਡੋਲਿਆ ਜਾਂਦਾ ਬਹੁਤ ਸਾਰਾ, ਤੁਸੀਂ ਕਹੋ ਦੁੱਧ ਨਹੀਂ ਡੋਲਿਆ ਜਾਂਦਾ, ਬਹੁਤ ਚੰਗੀ ਗੱਲ ਹੈ, ਅਸੀਂ ਵੀ ਉਹਦੇ ਲਈ ਰਾਜੀ ਹਾਂ, ਉਹ ਤਰਕ ਹੋਣਾ ਬਣਦਾ, ਉਹਦੇ ਤੇ ਤਰਕ ਹੋਣਾ ਬਣਦਾ। ਪਰ ਤੁਸੀਂ ਜੇਕਰ ਕਹੋ ਕਿ ਜਿਹੜੀਆਂ ਚੀਜ਼ਾਂ ਸਾਡੀਆਂ ਆਲਰੇਡੀ ਬਣੀਆਂ ਹੋਈਆਂ ਨੇ ਜਾਂ ਸਾਡੀਆਂ ਜਗ੍ਹਾਵਾਂ ਬਣੀਆਂ ਹੋਈਆਂ ਨੇ ਜਾਂ ਕੁਛ ਵੀ ਐਸਾ ਤੁਸੀਂ ਤਰਕ ਕਰੋ ਜਿਹਦੇ ਤਰਕ ਕਰਨ ਦੇ ਨਾਲ ਸਿਰਫ ਇਤਿਹਾਸ ਦੇ ਵਿੱਚ ਚੇਂਜ ਆ ਜੇ, ਫਿਊਚਰ ਦੇ ਵਿੱਚ ਉਹਦਾ ਕੋਈ ਫਾਇਦਾ ਨਾ ਹੋਵੇ, ਐਸੇ ਤਰਕਾਂ ਨੂੰ ਮੈਂ ਕਹਿੰਦਾ ਵੀ ਐਸੇ ਤਰਕ ਜਿਹੜੇ ਲੋਕਾਂ ਦੀ ਸ਼ਰਧਾ ਨੂੰ ਥੋੜ੍ਹਾ ਠੇਸ ਪਹੁੰਚਾਉਂਦੇ ਨੇ, ਕਿਉਂਕਿ ਲੋਕਾਂ ਦੀ ਬਣੀ ਹੁੰਦੀ ਹੈ, ਉਹਦਾ ਕੋਈ ਸਾਨੂੰ ਉਸ ਜਗ੍ਹਾ 'ਤੇ ਜਾ ਕੇ ਫਾਇਦਾ ਨਹੀਂ। ਤੁਸੀਂ ਐਗਜ਼ਾਮਪਲ ਦਿਓ ਨਾ, ਕਿਹੜੀ ਤਰਕ? ਐਗਜ਼ਾਮਪਲ ਦਿਓ, ਮੇਰੀ ਬੋਲੀ ਹੋਈ ਤਰਕ ਬੋਲੋ। ਮੰਨ ਲਓ ਤੁਸੀਂ ਸਰੋਵਰਾਂ ਬਾਰੇ ਬੋਲਿਆ ਸੀ ਜਿੱਦਾਂ, ਫਿਰ ਉੱਥੇ ਆ ਗਏ ਤੁਸੀਂ ਫਿਰ ਉੱਥੇ ਹੀ ਆ ਗਏ। ਤੁਸੀਂ ਮੇਰੀ ਸਟੇਟਮੈਂਟ ਸੁਣੀ ਹੈ? ਮੈਂ ਹਮੇਸ਼ਾ ਕਹਿੰਦਾ ਵੀ ਮੈਂ ਜਾਵਾਂ ਦਰਬਾਰ ਸਾਹਿਬ, ਮੈਂ ਆਪਣੇ ਬੱਚੇ ਨੂੰ ਲੈ ਕੇ ਜਾਊਂਗਾ, ਮੈਂ ਦੱਸੂਗਾ ਲਿਜਾ ਕੇ ਵੀ ਆਹ ਤਲਾਅ ਸੀ ਜਿਹਦੇ ਕੰਢੇ ਤੇ ਬਹਿ ਕੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਤੀਰਥਾਂ 'ਚ ਨਹਾਉਣ ਦਾ ਕੋਈ ਫਾਇਦਾ ਨਹੀਂ, ਇਹਦੇ ਕੰਢੇ ਤੇ ਬਹਿ ਕੇ ਆਵਾਜ਼ ਦਿੱਤੀ ਸੀ, ਇਹ ਸਾਡਾ ਗੁਰਸਥਾਨ ਹੈ। ਮੈਂ ਤੇ ਪਹਿਲਾਂ ਇਹ ਵੀ ਕਿਹਾ ਵੀ ਮੈਂ ਨਹਾਊਂਗਾ, ਤੁਸੀਂ ਵੀ ਨਹਾਇਓ, ਪਰ ਸਾਡੇ ਨਹਾਉਣ ਵਿੱਚ ਫਰਕ ਹੈ। ਨਹਾ ਕੇ ਮੇਰੇ ਪਾਪ ਨਹੀਂ ਲੈ ਗਏ ਵੀ ਹੁਣ ਮੈਂ ਪਵਿੱਤਰ ਹੋ ਕੇ ਆ ਗਿਆ, ਹੁਣ ਮੈਂ ਜੋ ਮਰਜ਼ੀ ਸਮਾਜ ਵਿੱਚ ਕਰਾਂ, ਇਹ ਗੱਲ ਹੈ ਨਾ। ਹੋਰ ਤੁਹਾਨੂੰ ਕਿਹੜੀ ਲੱਗਦਾ ਵੀ ਜਿਹੜੀ ਤਰਕ ਮੈਂ ਕੀਤੀ ਹੈ, ਵੀ ਜਿਹੜੀ ਮੈਂ ਮਤਲਬ ਜੋ ਚੱਲਿਆ ਆ ਰਿਹਾ? ਤੁਸੀਂ ਇਹ ਗੱਲ ਕਹੀ ਵੀ ਨਹਾਉਣ ਨਾਲ ਪਾਪ ਨਹੀਂ ਲੈਂਦੇ, ਮਤਲਬ ਤੁਸੀਂ ਕਿਹਾ, ਅੱਛਾ ਜੇ ਨਹਾਉਣ ਨਾਲ ਪਾਪ ਨਹੀਂ ਲੈਂਦੇ, ਲੋਕ ਜਿਹੜੇ ਨਹਾਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਪੋਜ਼ਿਟਿਵਿਟੀ ਆ ਜਾਂਦੀ ਵੀ ਮੈਂ ਨਹਾ ਕੇ ਆਇਆ, ਵੀ ਸ਼ਾਇਦ ਮੈਂ ਗਲਤ ਕੰਮ ਨਹੀਂ ਕਰਨਾ ਚਾਹੀਦਾ ਜਾਂ ਕੁਛ ਵੀ ਇੱਦਾਂ ਦਾ। ਅੱਛਾ ਮੰਨ ਲਓ ਤੁਸੀਂ ਇਹ ਗੱਲ ਨਾ ਕਹਿੰਦੇ, ਇਹਦਾ ਕੀ ਨੁਕਸਾਨ ਸੀ? ਨੁਕਸਾਨ ਇਹ ਸੀ ਫਿਰ ਜਿਹੜੇ ਗੁਰੂ ਦਾ ਖਾਨਾ ਜਿਹਦਾ ਮੈਂ ਚੋਲਾ ਪਾਇਆ, ਉਹ ਗੁਰਬਾਣੀ ਕਹਿੰਦੀ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਹੋਰ ਸੁਣੋ, ਅੰਤਰਮੈਲ ਜੇ ਤੀਰਥ ਨਹਾਵੈ ਤਿਸ ਬੈ ਕੁੰਠ ਨਾ ਜਾਣਾ, ਉਧਰੋਂ ਬਾਗੀ ਹੁੰਨਾ। ਗੁਰਬਾਣੀ ਦਾ ਸੱਚ ਲੋਕਾਂ ਨੂੰ ਦੱਸਾਂ ਜਾਂ ਜੋ ਲੋਕ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਪਰਮਿਸ਼ਨ ਦੇ ਕਰੀ ਜਾਓ। ਬਹੁਤ ਸਾਰੇ ਮੁੱਦੇ ਨੇ ਜਿਹਨਾਂ ਤੁਸੀਂ ਬੋਲਿਓ ਸਹੀ ਵੀ ਨੇ,
ਬਸ ਜਿਹੜੇ ਸੈਂਸਿਟਿਵ ਮੁੱਦੇ ਹੁੰਦੇ ਨੇ ਉਹਨਾਂ ਤੇ ਲੋਕ ਮੈਂ ਫੇਰ ਉਹੀ ਪੁੱਛਦਾ ਵੀ ਗੁਰਬਾਣੀ ਨਾਲ ਗਦਾਰੀ ਕਰਾਂ ਕਿ ਇਹ ਸੋਚੀ ਜਾਵਾਂ ਵੀ ਲੋਕ ਕੀ ਸੋਚਣਗੇ, ਲੋਕ ਕੀ ਕਹਿਣਗੇ। ਮੈਂ ਇਹ ਸੋਚ ਕੇ ਪ੍ਰਚਾਰ ਕਰਾਂ ਪਬਲਿਕ ਕੀ ਚਾਹੁੰਦੀ ਹੈ ਕਿ ਇਹ ਸੋਚਾਂ ਗੁਰੂ ਗ੍ਰੰਥ ਸਾਹਿਬ ਕੀ ਚਾਹੁੰਦੇ। ਚਲੋ ਅਸੀਂ ਅੱਗੇ ਵਧਦੇ ਹਾਂ। ਅਸੀਂ ਤੁਸੀਂ ਅਕਾਲ ਤਖਤ ਸਾਹਿਬ ਤੋਂ ਤੁਹਾਨੂੰ ਹੁਕਮ ਆਏ ਨੇ ਕਿ ਤੁਸੀਂ ਦੀਵਾਨ ਹੁਣ ਤੁਹਾਨੂੰ ਬੈਨ ਕਰ ਦਿੱਤਾ ਗਿਆ ਨਾ, ਅੱਗੇ ਕੀ ਕਰਨਗੇ ਸੰਤ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ? ਅੱਗੇ ਦਾ ਕੀ ਸਿਸਟਮ ਹੈ? ਜਿਹੜਾ ਸਿੱਖ ਵਿਚਾਰ ਮੰਚ ਹੈ ਉਹ ਤਾਂ ਇੱਥੋਂ ਤੱਕ ਵੀ ਕਹਿ ਰਿਹਾ, ਇੱਥੋਂ ਤੱਕ ਸ਼ੰਕਾ ਪ੍ਰਗਟ ਕਰ ਰਿਹਾ, ਕਹਿੰਦੇ ਕਿ ਸਾਡੀ ਸਿੱਖ ਕੌਮ ਜਿਹੜੀ ਸੀਆ ਸੁੰਨੀ ਤੱਕ ਪਹੁੰਚ ਜੂਗੀ ਦੀ ਕੰਡੀਸ਼ਨ। ਨਹੀਂ, ਐਡੀ ਵੱਡੀ ਗੱਲ ਕਿਵੇਂ ਹੋ ਜੂਗੀ? ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਹੈਗੇ ਆ, ਉਹਨਾਂ ਦੇ ਅਸੀਂ ਰਹਿਣਾ। ਸਾਡੀ ਇੰਟਰਪ੍ਰੀਟੇਸ਼ਨ ਵੱਖਰੀ ਹੋ ਸਕਦੀ ਹੈ, ਸਾਡਾ ਤਰੀਕਾ ਵੱਖਰਾ ਹੋ ਸਕਦਾ। ਯਾਰ ਇੱਥੇ ਅਸੀਂ ਹਿੰਦੂ ਧਰਮ ਦੀ ਗੱਲ ਕਰਦੇ ਹਾਂ, ਇੱਕ ਹਿੰਦੂ ਕਥਾ ਕਰ ਰਿਹਾ, ਹਿੰਦੂ ਬ੍ਰਾਹਮਣ ਪੁਜਾਰੀ, ਉਹਨੇ ਐਡਾ ਸਟੇਜ ਲਾਇਆ, ਸਭ ਕੁਝ, ਉਹ ਵੀ ਇੱਕ ਤਰੀਕਾ ਹੈ। ਇੱਕ ਸੰਦੀਪ ਮਹੇਸ਼ਵਰੀ ਵਰਗੇ ਮੋਟੀਵੇਸ਼ਨਲ ਸਪੀਕਰ ਨੇ, ਉਹ ਵੀ ਗੀਤਾ ਦਾ ਸਲੋਕ ਪੜ੍ਹ ਕੇ ਸੁਣਾਉਂਦੇ ਨੇ, ਠੀਕ ਹੈ ਨਾ। ਮਤਲਬ ਉਹਨਾਂ ਨੇ ਪਰਮਿਸ਼ਨ ਦਿੱਤੀ ਹੈ। ਸਾਡੇ ਵਾਲੇ ਤਾਂ ਗੱਲ ਵੀ ਨਹੀਂ ਕਰਨ ਦਿੰਦੇ। ਅਸੀਂ ਤਾਂ ਯਾਰ ਚੋਲੇ ਪਾਉਂਦੇ ਹਾਂ, ਅਸੀਂ ਤਾਂ ਮਹਾਰਾਜ ਦਾ ਪ੍ਰਕਾਸ਼ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਇੰਨਾ ਮਹਾਰਾਜ ਦੇ ਪ੍ਰਤੀ ਸਾਡੀ ਵਫਾਦਾਰੀ ਹੈ। ਇਹ ਤਾਂ ਸਾਨੂੰ ਮਤਲਬ ਇੱਕ ਵੀਰ ਜੀ ਗੱਲ ਸਿੱਧੀ ਹੈ, ਤਰੀਕਾ ਵੱਖਰਾ ਹੈ, ਇੰਟਰਪ੍ਰੀਟੇਸ਼ਨ ਵੱਖਰੀ ਹੈ, ਪ੍ਰੈਕਟੀਕਲ ਸੋਚਦੇ ਹਾਂ, ਲੌਜੀਕਲ ਸੋਚਦੇ ਹਾਂ। ਤੁਹਾਡੀ ਜ਼ਿੰਦਗੀ 'ਚ ਕੰਮ ਆਵੇ ਗੁਰਬਾਣੀ, ਤੁਸੀਂ ਹਰ ਗੱਲ ਗੁਰਬਾਣੀ ਦੇ ਆਧਾਰ 'ਤੇ ਤੁਸੀਂ ਹੋਵੋ, ਤੁਸੀਂ ਵੀ ਲਾਗੂ ਕਰ ਸਕੋ, ਮੈਂ ਹੋਵਾਂ ਮੈਂ ਵੀ ਲਾਗੂ ਕਰ ਸਕਾਂ। ਇੱਦਾਂ ਦੀ ਲਾਈਫ ਚਾਹੁੰਦੇ ਆ ਜੋ ਗੁਰੂ ਗ੍ਰੰਥ ਸਾਹਿਬ 'ਚੋਂ ਨਿਕਲੇ। ਹਰ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਰਿਸਪੈਕਟ ਰੱਖੇ ਵੀ ਯਾਰ ਐਡਾ ਵਧੀਆ ਸੀ ਇਹਦੇ ਵਿੱਚ, ਸਾਨੂੰ ਪਤਾ ਹੀ ਨਹੀਂ ਲੱਗਿਆ। ਮਤਲਬ ਜਿਹੜੀਆਂ ਫੂਕੀਆਂ ਮਰਿਆਦਾਵਾਂ ਨੇ ਉਹ ਸਾਰੀਆਂ ਜਿਹੜੀਆਂ ਐਵੇਂ ਬਣਾਈਆਂ ਨੇ, ਉਹਦੇ ਤੇ ਗੱਲ ਹੋਵੇ। ਗੁਰਬਾਣੀ ਦਾ ਸੱਚ ਦਾ ਪ੍ਰਚਾਰ ਅਸੀਂ ਕਰਾਂਗੇ। ਸੀਆ ਸੁੰਨੀ ਕਿੱਥੋਂ ਬਣ ਜੂ? ਜਿਹੜੇ ਇੱਦਾਂ ਆ, ਜੇ ਸੀਆ ਸੁੰਨੀ ਹੈ ਤਾਂ 10 ਨੇ ਇਸ ਵੇਲੇ ਸਿੱਖਾਂ 'ਚ, ਉਹਦੇ ਨਾਲ ਤਾਂ 10 ਸੀਆ ਸੁੰਨੀ ਬਣੇ ਨਹੀਂ ਸਾਡੇ 'ਚ। ਨਿਹੰਗ ਹੋਰ ਨੇ, ਅਖੰਡ ਕੀਰਤਨੀਏ ਹੋਰ ਨੇ, ਟਕਸਾਲੀ ਹੋਰ ਨੇ, ਨਾਨਕਸਰੀਏ ਹੋਰ ਨੇ, ਰਾੜੇ ਵਾਲੇ ਹੋਰ ਨੇ, ਹਜੂਰ ਸਾਹਿਬ ਵਾਲਿਆਂ ਦੀ ਮਰਿਆਦਾ ਹੋਰ ਹੈ, ਅਕਾਲ ਤਖਤ ਵਾਲਿਆਂ ਦੀ ਹੋਰ ਹੈ, 7 ਗਣਾਤੀਆਂ ਹੋਰ ਵੀ ਨੇ 3-4। ਹੁਣ ਉਹਦੇ ਨਾਲ ਕੋਈ ਸੀਆ ਸੁੰਨੀ ਨਹੀਂ ਬਣੇ। ਆਪਣੀ ਆਪਣੀ ਮਰਿਆਦਾ ਹੈ, ਆਪਣੇ ਆਪਣੇ ਅੰਮ੍ਰਿਤ ਨੇ, ਆਪਣੇ ਆਪਣੇ 5 ਪਿਆਰੇ ਵੀ ਨੇ। ਨਹੀਂ ਹੋਣੇ ਚਾਹੀਦੇ ਨਾ, ਇਹ ਵੀ ਇੱਕ ਮਤਲਬ ਇਹ ਵੀ ਇੱਕ ਤਰ੍ਹਾਂ ਦਾ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਚਾਹਿਆ ਸੀ ਉਹ ਨਹੀਂ ਹੈ ਨਾ ਇਹ। ਬਿਲਕੁਲ, ਕਿੰਨਾ ਵਧੀਆ ਗੱਲ ਹੈ। ਇੱਕ ਹੁਕਮਨਾਮਾ ਜਾਰੀ ਹੋ ਜਾਏ ਵੀ ਕੋਈ ਮਰਿਆਦਾ ਆਪੋ ਆਪਣੀ ਨਹੀਂ ਕਰ ਸਕਦਾ। ਆਹੀ ਇੱਕ ਲੈਕਚਰ ਹੈ, ਇਹੀ ਦੇਣਾ। ਅਕਾਲ ਤਖਤ ਦੇ ਉੱਤੋਂ ਕਥਾ ਸੁਣਾਈ ਜਾਊਗੀ ਇਸ ਸ਼ਬਦ ਦੀ, ਇਦਾਂ ਹੀ ਟਕਸਾਲ ਵਾਲੇ ਸੁਣਾਉਣਗੇ। ਤੁਸੀਂ ਇਹ ਗੱਲ ਤੇ ਬਣ ਜਾਓਗੇ? ਮੰਨ ਲਓ ਥੋੜਾ ਮੋਟਾ ਤੁਹਾਨੂੰ ਕਿਉਂ ਨਹੀਂ ਮੰਨੂਗਾ ਵੀਰ ਜੀ? ਜੇ ਅਗਲੇ ਜਿਹੜੀਆਂ ਗੱਲਾਂ ਬਕਵਾਸ ਨੇ, ਜਿਹੜੀਆਂ ਸਾਡੇ ਫਾਇਦਾ ਕੋਈ ਨਹੀਂ ਕਰਦੀਆਂ, ਸਮਾਜ ਦਾ ਨੁਕਸਾਨ ਕਰਦੀਆਂ ਨੇ, ਉਹਨੂੰ ਬੰਦ ਕਰਨਗੇ ਤਾਂ ਮੈਂ ਤੇ ਪਹਿਲੇ ਨੰਬਰ ਤੇ ਪ੍ਰਵਾਨ ਕਰੂੰਗਾ। ਮੈਂ ਕਿਉਂ ਨਹੀਂ ਕਰੂੰਗਾ? ਅੱਛਾ, ਤੁਸੀਂ ਆਪਾਂ ਹਮੇਸ਼ਾ ਜਦੋਂ ਤੁਹਾਡੇ ਅਸੀਂ ਵੇਖਦੇ ਹਾਂ ਵੀਡੀਓਜ਼ ਜਿਨ੍ਹਾਂ 'ਤੇ ਖਾਸ ਕਰਕੇ ਚਰਚਾ ਹੋਈ, ਜਾਂ ਦੂਜੇ ਧਿਰ ਨੇ ਜਿਹੜੇ ਤੁਸੀਂ ਜਿਨ੍ਹਾਂ ਨੂੰ ਵਿਰੋਧੀ ਮੰਨਦੇ ਹੋ ਜਾਂ ਵਿਰੋਧੀ ਹੈਗੇ ਵੀ ਨੇ, ਤਾਂ ਉਹ ਕਹਿੰਦੇ ਨੇ ਕਿ ਮੇਨ ਮੁੱਦਾ ਹੁੰਦਾ ਸੀ 10ਮ ਗ੍ਰੰਥ ਦਾ। ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਭਾਈ ਰਣਜੀਤ ਸਿੰਘ ਦੇ ਅਕੋਰਡਿੰਗ ਅਸੀਂ 10ਮ ਗ੍ਰੰਥ ਦੇ ਵਿੱਚੋਂ ਕਿਹੜੀਆਂ-ਕਿਹੜੀਆਂ ਬਾਣੀਆਂ ਪੜ੍ਹੀਏ, ਕਿਹੜੀਆਂ ਬਾਣੀਆਂ ਛੱਡੀਏ? ਤੁਹਾਨੂੰ ਕਿਹੜੀਆਂ-ਕਿਹੜੀਆਂ ਬਾਣੀਆਂ 'ਤੇ ਸ਼ੰਕਾਵਾਂ ਨੇ? ਜਾਪ ਸਾਹਿਬ, ਚੌਪਾਈ ਸਾਹਿਬ, ਇਸ ਦਾ ਮਸਲਾ ਕੀ ਹੈ 10ਮ ਗ੍ਰੰਥ? ਦੇਖੋ ਵੀਰ ਜੀ, ਗੱਲ ਇਹ ਹੈ, 10ਮ ਗ੍ਰੰਥ ਉੱਤੇ ਸਵਾਲ ਮੈਂ ਹੁਣ ਪਿਛਲੀਆਂ ਇੰਟਰਵਿਊ ਵਿੱਚ ਗੱਲਾਂ ਕੀਤੀਆਂ ਨੇ। ਹਾਲਾਂਕਿ 10ਮ ਗ੍ਰੰਥ ਉੱਤੇ ਪਹਿਲਾਂ ਮੈਂ ਕਦੇ ਨਹੀਂ ਬੋਲਿਆ, ਧਿਆਨ ਨਾਲ ਸੁਣ ਲਿਓ। ਉਹ ਤਾਂ ਕਿਹਾ 2 ਗ੍ਰੰਥਾਂ ਦੇ ਹਵਾਲੇ ਦੇਤੇ, ਇੱਕ ਬੋਲੇ ਨਰਿੰਦਰ ਮੋਦੀ, ਦੂਜਾ ਬੋਲਿਆ ਇਕਬਾਲ ਸਿੰਘ ਪਟਨੇ ਵਾਲਾ ਜਥੇਦਾਰ। ਉਹ ਜਦੋਂ ਉਹਨਾਂ ਨੂੰ ਪੁੱਛਿਆ ਵੀ ਇੱਕ ਨੇ ਕਹਿਤਾ ਗੋਬਿੰਦ ਰਾਮਾਇਣ ਲਿਖੀ ਹੈ ਗੁਰੂ ਗੋਬਿੰਦ ਸਿੰਘ ਨੇ, ਨਰਿੰਦਰ ਮੋਦੀ ਨੇ, ਦੂਜੇ ਨੇ ਕਹਿਤਾ ਵੀ ਸਿੱਖ ਲਵ ਕੁਸ਼ ਦੀ ਔਲਾਦ ਨੇ, ਠੀਕ ਹੈ। ਜਦੋਂ ਇਹਨਾਂ ਨੂੰ ਸਵਾਲ ਹੋਇਆ ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ 10ਮ ਗ੍ਰੰਥ 'ਚ ਲਿਖੀ ਹੈ। ਨਰਿੰਦਰ ਮੋਦੀ ਨੇ ਗਲਤ ਨਹੀਂ ਬੋਲਿਆ। ਸੂਰਜ ਪ੍ਰਕਾਸ਼ ਵਾਲੀ ਜਿਹੜੀ ਗੱਲ ਹੈਗੀ ਹੈ, ਇਕਬਾਲ ਸਿੰਘ ਪਟਨੇ ਵਾਲੇ ਨੇ ਕਿਹਾ ਵੀ ਮੈਂ ਤਾਂ ਗ੍ਰੰਥ ਰੱਖਤੇ ਉਹਨੇ ਅੱਗੇ। ਪਰ ਇਹਨਾਂ ਦੋਨਾਂ ਬਿਆਨਾਂ ਨੇ ਸਿੱਖਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਵੀ ਯਾਰ ਸਿੱਖ ਲਵ ਕੁਸ਼ ਦੀ ਔਲਾਦ ਕਹਿਤਾ ਤੁਸੀਂ। ਸਿੱਖ ਤਾਂ ਸੀ, ਸੁਰਤ ਸਰੀਰ ਪਤਾ ਨਹੀਂ ਕਿੱਥੋਂ ਆਇਆ, ਪਰ ਇਸ ਤਾਂ ਸੁਰਤ ਗਿਆਨ ਨਾਲ ਜੁੜਦੀ ਹੈ, ਤੇ ਗਿਆਨ ਗੁਰੂ ਹੈ, ਤਾਂ ਸੁਰਤ ਸ਼ਬਦ ਗੁਰੂ, ਸੁਰਤ ਧੁਨ ਚੇਲਾ ਹੈ ਨਾ। ਸਰੀਰ ਕਿੱਥੋਂ ਆਇਆ? ਅਸੀਂ ਇਹ ਤਾਂ ਵਿਸ਼ਾ ਹੀ ਨਹੀਂ ਹੈਗਾ। ਫਿਰ ਤਾਂ ਉਹ ਵੀ ਕਿਤੋਂ ਨਾ ਕਿਤੋਂ ਆਏ ਹੋਣਗੇ ਅੱਗੋਂ, ਮਤਲਬ ਸਵਾਲ ਹੋਇਆ। ਹੁਣ
ਉਹਨਾਂ ਨੇ ਗ੍ਰੰਥਾਂ 'ਚ ਪੜ੍ਹ ਕੇ ਸੁਣਾਇਆ। ਮੈਂ ਇੰਟਰਵਿਊਆਂ 'ਚ ਇਸ ਵਾਰੀ ਬੋਲਿਆ ਵੀ ਇਹਨਾਂ ਗ੍ਰੰਥਾਂ ਦੇ ਵਿੱਚ ਗੋਬਿੰਦ ਰਾਮਾਇਣ, ਜਿਹੜੀ ਰਾਮਾ ਅਵਤਾਰ, ਕ੍ਰਿਸ਼ਨਾ ਅਵਤਾਰ ਲਿਖਿਆ, ਜਿਹੜਾ ਦਸਮ ਗ੍ਰੰਥ ਹੈ, ਇਹਦੇ ਉੱਤੇ ਬੜੇ ਵਿਸਾਲ ਵਿਦਵਾਨ ਕਹਿੰਦੇ ਰਹੇ ਆ ਵੀ ਇਹਦੇ ਤੇ ਗੱਲ ਕਰੋ, ਡਿਸਕਸ਼ਨ ਕਰੋ, ਜੋ ਠੀਕ ਹੈ ਰੱਖੋ, ਜੋ ਕੱਢਣਾ ਕੱਢੋ। ਇੱਕ ਗੱਲ ਇਹ ਕਰੋ ਵੀ ਜੋ ਰੱਖਣਾ ਰੱਖੋ, ਪੰਥ ਫੈਸਲਾ ਕਰੇ, ਜੋ ਕੱਢਣਾ ਕੱਢ ਦਿਓ, ਪਰ ਬਰਾਬਰ ਪ੍ਰਕਾਸ਼ ਨਾ ਕਰੋ, ਚਵਰ ਛਤਰ ਤਖਤ ਨਾ ਲਾਓ, ਉਹ ਗੁਰੂ ਗ੍ਰੰਥ ਸਾਹਿਬ ਦਾ ਰਹਿਣ ਦਿਓ। ਹੁਕਮਨਾਮਾ ਇੱਕ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਹੈ, ਇੱਕ ਦਸਮ ਗ੍ਰੰਥ 'ਚ ਆਉਂਦਾ। ਹੁਣ ਹਜੂਰ ਸਾਹਿਬ ਵੀ ਪ੍ਰਕਾਸ਼ ਹੈ, ਟਕਸਾਲ ਵਾਲੇ ਵੀ ਕਰਦੇ ਨੇ, ਨਿਹੰਗ ਵੀ ਕਰਦੇ ਨੇ। ਹੁਣ ਵਿਦਵਾਨਾਂ ਦੀ ਮੰਨੀ ਨਹੀਂ ਗਈ ਵੀ ਗਲਤ ਟੀਕ ਇੱਕ ਗ੍ਰੰਥਾਂ 'ਚੋਂ ਕੀਤਾ ਜਾਂਦਾ। ਈਵਨ ਕਿ ਹਰਨਾਮ ਸਿੰਘ ਧੁੰਮਾਂ ਦੀ ਵੀ ਇਹ ਸਟੇਟਮੈਂਟ ਹੈ ਵੀ ਇਹਦੇ ਵਿੱਚੋਂ 350 ਜਿਹੜੇ ਅੰਗ ਨੇ ਉਹ ਬਾਦਸ਼ਾਹ ਦੀ ਬਾਣੀ ਹੈ, ਬਾਕੀ ਮਿਲਾਵਟ ਹੈ। ਉਹਨਾਂ ਦੀ ਸਟੇਟਮੈਂਟ ਅਖਬਾਰ 'ਚ ਹੈ ਕਈ ਸਾਲ ਪਹਿਲਾਂ ਦਸਮ ਗ੍ਰੰਥ ਬਾਰੇ। ਚਲੋ ਜੀ, ਮੈਂ ਇਹ ਹੁਣ ਸਵਾਲ ਕੀਤਾ ਹੈ ਵੀ ਜੇ ਤੁਸੀਂ ਇਸ ਗ੍ਰੰਥਾਂ ਤੇ ਵਿਚਾਰ ਕਰਦੇ ਤਾਂ ਨਰਿੰਦਰ ਮੋਦੀ ਵਰਗੇ ਕਿਉਂ ਕਹਿੰਦੇ? ਤੁਸੀਂ ਵਿਦਵਾਨਾਂ ਨੂੰ ਚੱਕ ਕੇ ਬਾਹਰ ਸਿੱਟਤਾ ਵੀ ਇਹਨਾਂ ਨੂੰ ਛੇਕ ਤੇ ਪੰਥ 'ਚੋਂ, ਚਾਹੇ ਉਹ ਕਾਲਾ ਅਫਗਾਨਾ ਜੀ ਸੀ, ਚਾਹੇ ਗਿਆਨੀ ਭਾਗ ਸਿੰਘ ਅੰਬਾਲਾ ਕਾਲਾ ਅਫਗਾਨਾ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਇਸੇ ਤਰ੍ਹਾਂ ਪ੍ਰੋਫੈਸਰ ਦਰਸ਼ਨ ਸਿੰਘ, ਇਸ ਤਰ੍ਹਾਂ ਇੰਦਰ ਸਿੰਘ ਘੱਗਾ, ਜਿਹੜੇ ਬੰਦਿਆਂ ਨੇ ਸਵਾਲ ਕੀਤੇ ਚੱਕ ਕੇ ਪੰਥ 'ਚੋਂ ਛੇਕਤੇ। ਤੁਸੀਂ ਗ੍ਰੰਥ ਨੂੰ ਠੀਕ ਨਹੀਂ ਕੀਤਾ, ਜਿਸ ਕਾਰਨ ਅੱਜ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਹੁਣ ਮੈਂ ਸਟੇਟਮੈਂਟ ਦਿੱਤੀ ਵੀ ਇਹਦਾ ਹੱਲ ਕਰੋ। ਇੱਕ ਦੂਜੀ ਗੱਲ, ਜਿਹੜਾ ਹੈਗਾ ਸੂਰਜ ਪ੍ਰਕਾਸ਼, ਉਹਦਾ ਹਵਾਲਾ ਦਿੱਤਾ ਆ ਇਕਬਾਲ ਸਿੰਘ ਨੇ, ਮੈਂ ਹੁਣ ਉਹਦਾ ਰੌਲਾ ਪਾਉਣਾ। ਤੁਸੀਂ ਸਾਡੇ ਵਰਗਿਆਂ ਨੂੰ ਕੱਢ ਰਹੇ ਹੋ, ਗ੍ਰੰਥਾਂ ਤੇ ਵਿਚਾਰ ਨਹੀਂ ਕਰ ਰਹੇ। ਠੀਕ ਹੈ, ਕਿਸ ਤਰੀਕੇ ਦੀ ਵਿਚਾਰ ਮੰਗਦੇ ਹੋ? ਤੇ ਵਿਚਾਰ ਜਿੰਨਾ ਚਿਰ ਨਹੀਂ ਹੁੰਦੀ ਉਹਨਾਂ ਚਿਰ ਫਿਰ ਜਿਹੜੀਆਂ ਮੈਂ ਪਵਿੱਤਰ ਬਾਣੀਆਂ ਦੀ ਗੱਲ ਕਰ ਰਿਹਾ, ਜਾਪ ਸਾਹਿਬ, ਚੌਪਈ ਸਾਹਿਬ, ਉਹਨਾਂ ਬਾਰੇ ਅਸੀਂ ਕੀ ਕਰੀਏ? ਜੋ ਅਕਾਲ ਤਖਤ ਦੀ ਮਰਿਆਦਾ ਸਿੱਖ ਰਹਿਤ ਮਰਿਆਦਾ ਹੈਗੀ ਹੈ, ਉਹਦੇ ਵਿੱਚ ਪੜ੍ਹੀਆਂ ਜਾਂਦੀਆਂ ਨੇ ਵੀਰ ਜੀ। ਸਾਡੇ ਰੋਜ਼ ਨਿਤਨੇਮ ਹੁੰਦਾ, ਇੱਥੇ ਪੜ੍ਹੀਆਂ ਜਾਂਦੀਆਂ ਨੇ। ਜੋ ਇੱਕ ਬਣਾ ਲਿਆ ਵਿਧਾਨ, ਉਹ ਤਾਂ ਚੱਲ ਰਿਹਾ, ਸਾਰੀ ਦੁਨੀਆ ਹੀ ਪੜ੍ਹ ਰਹੀ ਹੈ। ਮਸਲਾ ਹੈਗਾ ਆ ਵੀ ਜਿਹੜਾ ਆਉਣ ਵਾਲਾ ਸਮਾਂ ਹੈ, ਇਹਨਾਂ ਗ੍ਰੰਥਾਂ ਦੇ ਹਵਾਲੇ ਦੇ ਕੇ ਸਾਡੇ ਪਾਤਸ਼ਾਹਾਂ ਦੀ ਬਹੁਤ ਬੇਇੱਜ਼ਤੀ ਕਰਨਗੇ ਇਹ ਲੋਕ। ਇਹਨਾਂ ਨੇ ਫਿਲਮਾਂਕਣ ਕਰ ਦੇਣਾ ਹੈ। ਮੰਨ ਲਓ ਇਹਨਾਂ ਨੇ ਕੱਲ੍ਹ ਨੂੰ ਤ੍ਰਿਆ ਚਰਿੱਤਰ ਤੇ ਵੀਡੀਓ ਬਣਾ ਦੇਣੀਆਂ ਨੇ, ਫਿਲਮ ਬਣਾ ਦੇਣੀ ਹੈ ਵੀ ਔਰਤ ਥੱਲੇ ਲੁਕੀ ਹੋਈ ਹੈ, ਬਗਾਨ ਜਿਹੜੀਆਂ ਗੱਲਾਂ ਲਿਖੀਆਂ ਨੇ, ਉਹ ਜਦੋਂ ਲਿਖਣਾ ਸਟੋਰੀ ਕਰਤਾ ਗੁਰੂ ਗੋਬਿੰਦ ਸਿੰਘ, ਅਸੀਂ ਮਰ ਜਾਾਂਗੇ ਸ਼ਰਮ ਨਾਲ। ਉਦਣ ਸਾਨੂੰ ਲਿਖਣਾ ਪੈਣਾ ਵੀ ਮਹਾਰਾਜ ਇੱਦਾਂ ਦੀ ਗੱਲ ਨਹੀਂ ਯਾਰ ਲਿਖ ਸਕਦੇ। ਉਦਣ ਸਾਨੂੰ ਕਹਿਣਾ ਪੈਣਾ ਇਹ ਗੱਲ ਵੀ ਅਸੀਂ ਕਿਉਂ ਨਾ ਵਿਚਾਰ ਕਰੀਏ। ਤੁਸੀਂ ਪੰਥਕ ਬੰਦੇ ਹੋ, ਜਿਹੜੇ ਤੁਸੀਂ ਮੇਨ ਹੋ, ਤੁਸੀਂ ਜਿਹੜੀਆਂ ਗੱਲਾਂ ਤੁਸੀਂ ਇਹ ਲੱਗਦਾ ਤੁਹਾਨੂੰ ਵੀ ਕੱਲ੍ਹ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਊ। ਸੂਰਜ ਪ੍ਰਕਾਸ਼ ਲਿਖਿਆ ਕਿ ਵਿਸ਼ਨੂੰ ਜੀ ਕਹਿਣ ਲੱਗੇ ਮੇਰਾ ਮੰਦਿਰ ਬਣ ਰਿਹਾ, ਮੈਂ ਟੋਕਰੀ ਢੋ ਕੇ ਆਉਣੀ ਹੈ। ਉਹ ਆਏ, ਟੋਕਰੀ ਢੋਈ, ਤੇ ਉਹਨਾਂ ਨੇ ਆ ਕੇ ਮੰਦਿਰ ਬਣਾਇਆ। ਤਾਂ ਹਰੀ ਕਹਿੰਦੇ ਨੇ ਵਿਸ਼ਨੂੰ ਨੂੰ, ਮੰਦਿਰ ਹਰੀ ਮੰਦਿਰ ਇਹ ਹੋ ਗਿਆ। ਬੜੇ ਲੋਕ ਕਹਿੰਦੇ ਨੇ ਦਰਬਾਰ ਸਾਹਿਬ ਕਹਿਣਾ ਹੈ, ਹਰਿ ਮੰਦਿਰ ਨਾ ਕਹੋ। ਠੀਕ ਹੈ, ਇਹ ਤਾਂ ਆਪਾਂ ਮੰਨ ਲਿਆ ਵੀ ਠੀਕ ਹੈ ਦਰਬਾਰ ਸਾਹਿਬ ਕਹਿ ਲਓ, ਪਰ ਜਿਹੜੇ ਗ੍ਰੰਥ 'ਚ ਲਿਖਿਆ ਜੇ ਉੱਤੇ ਤੁਸੀਂ ਰੁਮਾਲਾ ਪਾਈ ਰੱਖਿਆ 50 ਸਾਲ ਨੂੰ 100 ਸਾਲ ਨੂੰ, ਜਿੱਦਣ ਕੋਈ ਤਾਕਤ ਫੜ ਗਿਆ ਜਾਂ ਰਾਸ਼ਟਰਵਾਦ ਹਿੰਦੂ ਰਾਸ਼ਟਰਵਾਦ ਹੀ ਬਣ ਗਿਆ, ਉਹਨਾਂ ਨੇ ਕੱਲ੍ਹ ਨੂੰ ਕਹਿ ਦਿੱਤਾ ਵੀ ਇਹ ਲਿਖਿਆ ਹੈ ਵੀ ਹਰੀ ਜੀ ਦਾ ਮੰਦਿਰ ਹੈ। ਸਭ ਤੋਂ ਪਹਿਲਾਂ ਇੱਥੇ ਵਿਸ਼ਨੂੰ ਜੀ ਆਏ ਹੈ, ਉਹਨਾਂ ਨੇ ਆ ਕੇ ਕੀਤਾ। ਆਪਾਂ ਕਹਾਂਗੇ ਕਿੱਥੇ ਲਿਖਿਆ? ਉਹਨਾਂ ਨੇ ਕਹਿਣਾ ਤੁਹਾਡੇ ਗ੍ਰੰਥ 'ਚ ਜਿਹਦੇ 'ਚ ਰੁਮਾਲਾ ਪਾਇਆ। ਸਾਡੇ ਲਈ ਮੁਸ਼ਕਲ ਖੜੀ ਹੋ ਜਾਊਗੀ। ਬਸ ਇੰਨੀ ਹੀ ਗੱਲ ਹੈ, ਹੋਰ ਨਹੀਂ ਕੋਈ ਗੱਲ। ਤੁਸੀਂ ਫੈਸਲੇ ਕਰੋ ਤਾਂ ਜੋ ਆਉਣ ਵਾਲੇ ਸਮੇਂ 'ਚ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ, ਇੱਕ ਪਾਤਸ਼ਾਹ ਦੀ ਬਦਨਾਮੀ ਨਾ ਹੋਵੇ, ਗੁਰੂ ਸਾਹਿਬ ਦੇ ਉੱਤੇ ਕੋਈ ਉਂਗਲ ਨਾ ਕਰ ਸਕੇ। ਉਹ ਚੀਜ਼ਾਂ ਕੱਢੋ। 8-8 ਵਿਆਹ ਨਾ ਗੁਰੂ ਸਾਹਿਬ ਦੇ ਦੱਸੋ। ਅੱਛਾ, ਤੁਸੀਂ ਕੀ ਮੰਨਦੇ ਹੋ, ਭਾਈ ਰਣਜੀਤ ਸਿੰਘ ਜੀ ਕੀ ਮੰਨਦੇ ਨੇ ਕਿ ਜਿਹੜੇ ਸਾਡੇ ਗੁਰੂ ਸਾਹਿਬਾਨ ਸੀਗੇ ਉਹਨਾਂ 'ਚ ਕੋਈ ਅਲੌਕਿਕ ਸ਼ਕਤੀ ਸੀ ਜਾਂ ਉਹ ਸਧਾਰਨ ਇਨਸਾਨ ਸੀਗੇ? ਬਸ ਉਹਨਾਂ ਦੀ ਸੂਝ-ਬੂਝ ਸੀ ਜਿਹੜੀ ਉਹ ਇੱਕ ਆਮ ਇਨਸਾਨ ਨਾਲੋਂ ਜ਼ਿਆਦਾ ਸੀ। ਤੁਹਾਨੂੰ ਲੱਗਦਾ ਵੀ ਉਹਨਾਂ 'ਚ ਕੋਈ ਅਲੌਕਿਕ ਸ਼ਕਤੀਆਂ ਸੀ? ਜੇ ਅਸੀਂ ਵੀਰ ਜੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਇਹ ਪੈਕੇਜ ਹੈ ਪੂਰਾ। ਜੇ ਤੁਸੀਂ ਅਲੌਕਿਕ ਸ਼ਕਤੀਆਂ ਮੰਨਣ ਲੱਗਣਾ ਫਿਰ ਤੁਹਾਨੂੰ ਸਾਰੀਆਂ ਮੰਨਣੀਆਂ ਪੈਣਗੀਆਂ, ਸਾਰੇ ਧਰਮਾਂ ਦੀਆਂ ਮੰਨਣੀਆਂ ਪੈਣਗੀਆਂ। ਜੇ ਤੁਸੀਂ ਇਹ ਮੰਨਦੇ ਹੋ ਵੀ ਨਹੀਂ ਹਨੂਮਾਨ ਜੀ ਵੱਡਾ ਪਹਾੜ ਚੱਕ ਕੇ ਨਹੀਂ ਲਿਆ ਸਕਦੇ, ਉਹਨਾਂ ਨੇ ਕਹਿਣਾ ਕਿਉਂ ਨਹੀਂ ਲਿਆ ਸਕਦੇ? ਜਦੋਂ ਤੁਸੀਂ ਇੱਦਾਂ ਮੰਨਦੇ ਹੋ ਤਾਂ ਸਾਡੇ ਵਾਲਿਆਂ ਨੂੰ ਰਿਜੈਕਟ ਕਰਦੇ ਹੋ। ਕਰਾਮਾਤ ਜੇ ਮੰਨਣੀ ਹੈ ਫਿਰ ਸਾਰੀ ਲੈਣੀ ਪੈਣੀ ਹੈ, ਸਾਰੇ ਧਰਮਾਂ ਦੀ।
ਇੱਥੇ ਵੀ ਸਾਡਾ ਪਿਆਰ ਹੈ ਪਾਤਸ਼ਾਹ ਨਾਲ। ਕਿਵੇਂ? ਜਦੋਂ ਮੈਂ ਕਹਿੰਦਾ ਵੀ ਤੁਸੀਂ ਕਹੋਗੇ ਵੀ ਪੱਥਰ ਰੋਕਿਆ, ਅਗਲੇ ਨੇ ਕਹਿਣਾ ਠੀਕ ਹੈ ਜੀ, ਬਿਲਕੁਲ ਬਹੁਤ ਵਧੀਆ, ਪੱਥਰ ਰੋਕਿਆ, ਅਸੀਂ ਮੰਨ ਲਿਆ। ਸਾਡਾ ਤੁਸੀਂ ਫਿਰ ਇਹ ਮੰਨ ਲਓ ਵੀ ਪਹਾੜ ਪੂਰੇ ਦਾ ਪੂਰਾ ਚੱਕ ਕੇ ਲੈ ਆਏ ਸੀ। ਹੁਣ ਅੱਛਾ, ਵੱਡੀ ਸ਼ਕਤੀ ਕਿਹਨੇ ਦਿਖਾਈ? ਪਹਾੜ ਚੱਕ ਕੇ ਲਿਆਉਣ ਵਾਲੇ ਨੇ। ਤੇ ਗੁਰੂ ਨਾਨਕ ਤੋਂ ਵੱਡਾ ਕੌਣ ਹੋ ਗਿਆ? ਹਨੂਮਾਨ ਜੀ। ਮਤਲਬ ਜੇ ਅਸੀਂ ਕਵਾਂਗੇ ਵਰਸ਼ਾ ਮਾਰਿਆ, ਪਾਣੀ ਕੱਢਤਾ, ਅੱਜ ਤੱਕ ਚੱਲ ਰਿਹਾ, ਇਹ ਸਟੇਟਮੈਂਟ ਦੇਤੀ, ਉਹਨਾਂ ਨੇ ਕਹਿਣਾ ਬਹੁਤ ਵਧੀਆ ਕੀਤਾ, ਇਦਾਂ ਹੀ ਮੰਨੋ। ਤੁਸੀਂ ਇੱਕ ਸਪਸ਼ਟ ਦੱਸੋ ਵੀ ਤੁਸੀਂ ਮੰਨਦੇ ਹੋ ਕਿ ਪੂਰੀ ਗੱਲ ਸੁਣ ਲਓ ਨਾ, ਤੁਸੀਂ ਦੱਸ ਦਿਓ ਵੀ ਤੁਸੀਂ ਮੰਨਦੇ ਹੋ ਕਿ ਨਹੀਂ। ਮੈਂ ਜਵਾਬ ਤੁਸੀਂ ਤੁਹਾਡੇ ਤੋਂ ਲਵਾਂਗਾ, ਜਵਾਬ ਦਿਓ ਬਈ ਝਰਨਾ ਵਗਦਾ ਹੈ, ਗੁਰੂ ਵਰਸ਼ਾ ਮਾਰ ਕੇ ਵਗਾਤਾ, ਇਹ ਮੰਨ ਲਿਆ ਸੀ। ਹੁਣ ਅਗਲੇ ਨੇ ਕਹਿਣਾ, ਹਿੰਦੂ ਧਰਮ ਨੇ ਕਹਿਣਾ ਸ਼ਾਬਾਸ਼ ਏ, ਬਹੁਤ ਕਮਾਲ ਦੀ ਗੱਲ ਕੀਤੀ ਹੈ, ਅੱਜ ਤੱਕ ਚੱਲ ਰਿਹਾ। ਅਸੀਂ ਇੱਕ ਤੁਹਾਨੂੰ ਸੁਣਾਉਂਦੇ ਹਾਂ ਵੀ ਗੰਗਾ ਜਿਹੜੀ ਹੈ ਨਾ ਜਟਾਂ 'ਚੋਂ ਆਉਂਦੀ ਹੈ, ਉੱਥੋਂ ਚੱਲੀ ਸੀ। ਗੰਗਾ ਵੱਡੀ ਹੈ ਕਿ ਝਰਨਾ ਵੱਡਾ? ਗੰਗਾ। ਹੁਣ ਕਰਾਮਾਤ ਵੱਡੀ ਗੰਗਾ ਵਾਲੀ ਹੈ ਕਿ ਝਰਨੇ ਵਾਲੀ? ਗੰਗਾ ਵਾਲੀ। ਫਿਰ ਵੱਡਾ ਧਰਮ ਹਿੰਦੂ ਧਰਮ ਹੈ ਕਿ ਸਿੱਖ? ਹਿੰਦੂ। ਮੈਂ ਤੁਹਾਨੂੰ ਇਹ ਦੱਸਦਾ, ਉਹ ਕਹਿੰਦੇ ਹੈ ਕਿ 100 ਦੀ ਚੋਰੀ ਕਰੋ, ਅਸੀਂ ਤੁਹਾਡੇ 100 ਕਰਕੇ ਲੱਖ ਚੱਕ ਲਾਂਗੇ। ਹੁਣ ਤੂੰ ਵੀ ਚੋਰ ਹੈ, ਮੈਂ ਵੀ ਚੋਰ ਹਾਂ। ਸਾਡਾ ਇਤਿਹਾਸ ਐ ਬਣਾਇਆ, ਸਾਡੇ ਪਾਤਸ਼ਾਹ ਨਾਲ ਨਿੱਕੀਆਂ ਨਿੱਕੀਆਂ ਕਰਾਮਾਤਾਂ ਜੋੜਤੀਆਂ ਤਾਂ ਜੋ ਉਹਨਾਂ ਦੀਆਂ ਵੱਡੀਆਂ ਕਰਾਮਾਤਾਂ ਨੂੰ ਲਿਆਂਦਾ ਜਾ ਸਕੇ। ਸੁਣੋ, ਜਦੋਂ ਅਸੀਂ ਰਿਜੈਕਟ ਕਰਤੀਆਂ, ਕੋਈ ਹਿੰਦੂ ਕੋਈ ਗੋਰਾ ਆਇਆ ਇੰਡੀਆ ਉਤਰਿਆ, ਉਹ ਕਹਿੰਦਾ ਮੈਂ ਵੇਖਣੇ ਨੇ ਧਰਮ, ਵੱਡੀਆਂ ਕਰਾਮਾਤਾਂ ਵਾਲੇ ਪਾਸੇ ਜਾਊ, ਛੋਟੀਆਂ ਵਾਲੇ ਪਾਸੇ ਕਿਉਂ ਜਾਊ? ਹੁਣ ਅਸੀਂ ਗੱਲ ਕਰ ਰਹੇ ਹਾਂ ਤਰਕ ਦੀ, ਸਾਇੰਟੀਫਿਕ ਅਗਲਾ ਸੋਚਦਾ ਹਰ ਚੀਜ਼। ਉਹਨੂੰ ਦੱਸੋ ਵੀ ਇੱਕ ਸਮਾਜ ਨੂੰ ਸੁਧਾਰਿਆ, ਉਹਨਾਂ ਦਾ ਜੀਵਨ ਹੀ ਕਰਾਮਾਤ ਸੀ। ਤਵੀ ਤੇ ਬਹਿ ਜਾਣਾ, ਐਡਾ ਸਟੈਂਡ ਲੈਣਾ ਵੀ ਤਵੀ ਤੇ ਬਹਾ ਦਿਓ, ਇਹ ਕਰਾਮਾਤ ਤੋਂ ਘੱਟ ਨਹੀਂ। ਉਸ ਵੇਲੇ ਬਾਬਰ ਨੂੰ ਜਾਬਰ ਕਹਿਣਾ ਗੁਰੂ ਨਾਨਕ ਪਾਤਸ਼ਾਹ ਦਾ, ਇਹ ਕਰਾਮਾਤ ਤੋਂ ਘੱਟ ਨਹੀਂ। ਨਿੱਕੀਆਂ ਨਿੱਕੀਆਂ ਸਾਹਿਬਜ਼ਾਦਿਆਂ ਦਾ ਉਹਨਾਂ ਸਾਹਮਣੇ ਅੜ ਜਾਣਾ, ਸਟੈਂਡ ਲੈਣਾ, ਇਹ ਕਰਾਮਾਤ ਤੋਂ ਘੱਟ ਨਹੀਂ। ਇਹ ਜਿਹੜੀਆਂ ਕਰਾਮਾਤਾਂ, ਇਹ ਤਾਂ ਮੈਂ ਦੱਸੇ ਦੀਆਂ ਦੱਸੇ ਕਰਾਮਾਤਾਂ ਸੀ ਸਾਡੇ ਪਾਤਸ਼ਾਹ, ਉਹਨਾਂ ਦੇ ਸਾਹਿਬਜ਼ਾਦੇ ਚਾਰੇ ਦੇ ਚਾਰੇ ਕਰਾਮਾਤਾਂ ਸੀ। ਇਹ ਕਰਾਮਾਤ ਤੋਂ ਸੇਧ ਲੈ ਕੇ ਤੁਸੀਂ ਅੱਜ ਆਪਣੇ ਸਾਰੀ ਮੀਡੀਆ ਸਾਹਮਣੇ ਜਾਂ ਵੱਡੀ ਧਿਰ ਹੋਵੇ ਪੱਤਰਕਾਰ, ਇੱਥੋਂ ਸੇਧ ਲੈ ਕੇ ਤੁਸੀਂ ਅੜ ਸਕਦੇ ਹੋ ਕਿ ਨਹੀਂ ਅੜ ਸਕਦੇ? ਤੁਹਾਡੇ 'ਚ ਕੁਝ ਸਿੱਖਣ ਨੂੰ ਮਿਲਦਾ ਇਸ ਕਰਾਮਾਤ 'ਚੋਂ? ਮਿਲਦਾ ਨਾ, ਕੌਨਫੀਡੈਂਸ ਆਉਂਦਾ ਹੈ ਨਾ। ਅੱਛਾ, ਪਹਾੜ ਚੱਕ ਕੇ ਲਿਆਂਦਾ, ਇਹ ਕਰ ਲਓਗੇ? ਕਿਹੜੀ ਕਰਾਮਾਤ ਫਾਇਦਾ ਕਰਦੀ ਹੈ? ਜਿਹੜੀ ਕਰਾਮਾਤ ਓਰੀਜਨਲ ਹੈਗੀ ਹੈ, ਅੱਜ ਸਿੱਖਣ ਨੂੰ ਮਿਲਦਾ। ਪਾਤਸ਼ਾਹ ਦੀ ਜਿਹੜੀ ਉਹ ਅਸਲ ਪਿਕਚਰ ਹੈ, ਉਹ ਨਾਲ ਕੋਈ ਹੈ, ਕਿਉਂਕਿ ਉਹ ਪਿਕਚਰ ਗੁਰੂ ਗ੍ਰੰਥ ਸਾਹਿਬ 'ਚੋਂ ਦਿਸਦੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਕਹਿੰਦੇ ਯਾਰ ਝੂਠ ਬੋਲੀ ਜਾਂਦੇ ਹੋ, ਵੀ ਲੋਕ ਅੰਨੇ ਹੋ ਗਏ ਮੰਤਰ ਪੜ੍ਹਤੇ, ਕਹਿੰਦੇ ਐ ਕਿਵੇਂ ਹੋ ਜਾਂਦਾ? ਇਹ ਤਾਂ ਝੂਠ ਹੈ ਸਾਰਾ। ਮਤਲਬ ਉਹਨਾਂ ਨੇ ਸਾਨੂੰ ਇਹ ਸੋਚਣ ਤੇ ਮਜਬੂਰ ਕੀਤਾ ਹੈ ਕਿ ਬੰਦਾ ਕਰੇ, ਹਿੰਮਤ ਕਰੇ, ਆਪਣੇ ਪੈਰਾਂ ਤੇ ਖੜਾ ਹੋਵੇ, ਇਹ ਕਰਾਮਾਤ ਹੈ। ਮਤਲਬ ਮੈਂ ਤੁਹਾਨੂੰ ਫੇਰ ਕਹਿਣਾ, ਜੇ ਮੇਰੇ ਤੋਂ ਤੁਸੀਂ ਮਨਵਾਉਣਾ ਹੈ, ਫਿਰ ਮੇਰੇ ਤੋਂ ਬਾਕੀ ਵੀ ਸਾਰੀਆਂ ਮੰਨਣੀਆਂ ਮੈਨੂੰ ਪੈਣਗੀਆਂ। ਤਾਂ ਕਰਕੇ ਮੈਂ ਇਹ ਸਾਰਾ ਜਿਹੜਾ ਲਾਅ ਆਫ ਨੇਚਰ ਤੋਂ, ਕੁਦਰਤ ਦੇ ਵਿਧਾਨ ਤੋਂ ਉਲਟ ਹੈ, ਉਹ ਨਹੀਂ ਮੰਨਦਾ, ਕਿਉਂਕਿ ਪਾਤਸ਼ਾਹ ਸਾਨੂੰ ਕੁਦਰਤੀ ਬਣਾਉਣ ਆਏ ਹੈ, ਗੈਰ ਕੁਦਰਤੀ ਨਹੀਂ। ਗੈਰ ਕੁਦਰਤੀ ਚੀਜ਼ਾਂ ਨੂੰ ਪਾਤਸ਼ਾਹ ਮੰਨਦੇ ਨਹੀਂ। ਉਹ ਕਹਿੰਦੇ ਕੁਦਰਤ ਨੂੰ ਸਮਝੋ, ਰੱਬ ਇਹਦੇ ਵਿੱਚ ਹੀ ਹੈ, ਇਹਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਸੋਹਣੀ ਜਿਉਂ ਲਓ। ਇਹ ਪਾਤਸ਼ਾਹ ਕਹਿਣ ਆਏ ਹੈ ਸਾਡਾ ਕੁਦਰਤੀ ਧਰਮ ਹੈ, ਸਾਡਾ ਕੁਦਰਤੀ ਧਰਮ ਹੈ, ਪਰ ਜਿਹੜੀ ਸਾਡੀਆਂ ਸਾਖੀਆਂ ਨੇ ਉਹ ਸਾਰੀਆਂ ਹੀ ਗੈਰ ਕੁਦਰਤੀ ਨੇ। ਪਰ ਇੱਕ ਲੌਕਿਕ ਸ਼ਕਤੀਆਂ ਨੂੰ ਤੁਸੀਂ ਰੱਦ ਕਰਦੇ ਹੋ ਵੀ ਚਲੋ, ਬਹੁਤ ਵਧੀਆ ਗੱਲ ਤੁਸੀਂ ਕਹੀ, ਬੜੀ ਚੰਗੀ, ਕਿ ਕਰਾਮਾਤ ਇਹ ਹੁੰਦੀ ਹੈ ਨਾ ਜਦੋਂ ਅਸੀਂ ਸਮਾਜ ਨੂੰ ਸੁਧਾਰਦੇ ਹਾਂ, ਜਾਂ ਮੈਂ ਵੀ ਇੱਕ ਕੋਈ ਚੰਗਾ ਕੰਮ ਕਰਾਂ ਤਾਂ ਮੈਂ ਕਰਾਮਾਤ ਵਾਂਗੂ ਹੈ, ਦੂਜੀਆਂ ਕਰਾਮਾਤਾਂ ਤੋਂ ਤਾਂ ਪਾਸੇ ਰਹਿਣਾ ਚਾਹੀਦਾ। ਪਰ ਫਿਰ ਵੀ ਲੋਕ ਇਹ ਗੱਲ 'ਤੇ ਸਵਾਲ ਕਰਦੇ ਨੇ ਜਦੋਂ ਅਸੀਂ ਅਲੌਕਿਕ ਸ਼ਕਤੀਆਂ ਨੂੰ ਗੁਰੂ ਸਾਹਿਬਾਨਾਂ ਵਿੱਚ ਨਾ ਹੋਣ ਦੀ ਗੱਲ ਕਰਦੇ ਹਾਂ। ਤਾਂ ਜਦੋਂ ਸਾਡੇ 8ਵੇਂ ਪਾਤਸ਼ਾਹ ਨੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ, ਉਹਨਾਂ ਦੀ ਉਮਰ ਤਾਂ ਬਹੁਤ ਹੀ ਜ਼ਿਆਦਾ ਛੋਟੀ ਸੀ। ਫਿਰ ਚਾਹੇ ਕੁਛ ਵੀ ਹੋਵੇ, ਮਤਲਬ ਇੰਨੀ ਸਮਝ ਤਾਂ ਨਹੀਂ ਹੋ ਸਕਦੀ, ਚਾਹੇ ਕਿੰਨਾ ਵੀ ਬੱਚਾ ਸੂਝਵਾਨ ਹੋਵੇ ਜਾਂ ਉਹਦੀ ਪਰਵਰਿਸ਼ ਬਹੁਤ ਵਧੀਆ ਹੋਵੇ, ਪਰ ਇੰਨਾ ਸਮਝਦਾਰ ਤਾਂ ਨਹੀਂ ਹੋ ਸਕਦਾ ਵੀ ਗੁਰਗੱਦੀ ਸੰਭਾਲਣ ਦੇ ਲਾਇਕ ਹੋ ਜਾਵੇ, ਔਰ ਗੁਰਗੱਦੀ ਸੰਭਾਲ ਕੇ ਉਹਨੂੰ ਮਤਲਬ ਉਹਦੇ 'ਤੇ ਕੰਮ ਵੀ ਇੰਨਾ ਸਿੱਖ ਪੰਥ ਦੇ ਲਈ ਇੰਨਾ ਵਧੀਆ ਸੋਚ ਬਣ ਜਾਵੇ। ਤਾਂ ਫਿਰ ਉੱਥੋਂ ਲੋਕ ਕਹਿੰਦੇ ਨੇ ਵੀ ਇਹ ਲੌਕਿਕ ਸ਼ਕਤੀਆਂ ਤੋਂ ਬਿਨਾਂ ਕਿਵੇਂ ਪੋਸੀਬਲ ਹੋ ਗਿਆ? ਫਿਰ ਉਹਨਾਂ ਨੇ ਕਿਵੇਂ ਗੁਰਗੱਦੀ ਸੰਭਾਲੀ? ਕਿਉਂ ਉਹਨਾਂ 'ਤੇ ਵਿਸ਼ਵਾਸ ਕੀਤਾ ਗਿਆ? ਪਹਿਲੀ ਗੱਲ ਇਹ ਹੈ ਵੀਰ ਜੀ ਕਿ ਇੱਕ ਟੀਮ ਕੰਮ ਕਰਦੀ ਹੈ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਟੀਮ ਦੇ ਰੂਪ ਵਿੱਚ ਕੰਮ ਕੀਤਾ। 4 ਵਾਰ ਉਹਨਾਂ 'ਤੇ ਅਟੈਕ ਹੋਇਆ,
ਉਹ ਕਹਿੰਦੇ ਨੇ ਵੀ ਇਹਨਾਂ ਨੇ ਨਹੀਂ, ਹੁਣ ਆਉਣ ਵਾਲਾ ਜਿਹੜਾ ਸਮਾਂ ਹੈ ਇਹ ਸਖਤ ਨੇ। 4 ਵਾਰ ਅਟੈਕ ਹੋਇਆ, ਮੁਕਾਬਲਾ ਕਰਨਾ ਪਿਆ, ਹਮਲੇ ਹੋਏ, ਕਿਤੇ ਚੜ੍ਹ ਕੇ ਨਹੀਂ ਗਏ, ਪਰ ਜੰਗਾਂ 4 ਹੋਈਆਂ। ਉਹ ਸੋਚਦੇ ਨੇ ਵੀ ਇਹਨਾਂ ਨੇ ਖਤਮ ਕਰ ਦੇਣਾ ਸਾਰਾ ਕੁਝ, ਜਿਹੜੇ ਹਿਸਾਬ ਨਾਲ ਇਹ ਲੱਗੇ ਹੋਏ ਨੇ। ਤੇ ਹੁਣ ਸਾਨੂੰ ਇਹ ਚਾਹੀਦਾ ਹੈ ਵੀ ਸਟ੍ਰੈਟਜੀ ਬਣਾਈਏ। ਉਹਨਾਂ ਦੇ ਸਭ ਤੋਂ ਲਾਇਕ ਪੁੱਤ ਨੇ ਗੁਰੂ ਤੇਗ ਬਹਾਦਰ, ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਪੁੱਤ। ਉਹ ਕਹਿੰਦੇ ਨੇ ਵੀ ਇਦਾਂ ਕਰੀਏ, ਇੱਕ ਟੀਮ ਵਰਕ ਕੰਮ ਕਰੇ, ਟੀਮ 'ਚ ਕੰਮ ਕਰਨਾ, ਠੀਕ ਹੈ। ਗੁਰੂ ਹਰਿਰਾਏ ਪਾਤਸ਼ਾਹ ਗੱਦੀ ਤੇ ਬਹਾ ਦਿੱਤੇ ਗਏ, ਪੋਤੇ ਸੀ ਉਹਨਾਂ ਦੇ, ਉਮਰ ਛੋਟੀ ਸੀ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਚਾਰ ਲਈ ਤੋਰ ਦਿੱਤਾ ਗਿਆ। 20 ਸਾਲ ਉੱਥੇ ਪਾਣੀ ਪਾਤਾ, ਜਿੱਥੇ ਜਿੱਥੇ ਲੋੜ ਸੀ ਉਹ ਉੱਥੇ ਪਾਣੀ ਪਾਉਣ ਲੱਗ ਗਏ। ਇਹ ਇੱਥੇ ਬੈਠ ਗਏ, ਮੈਂ ਇੱਥੇ ਬੈਠਦਾ। ਹੁਣ ਕਰ ਕੀ ਰਹੇ ਨੇ? ਬਾਗ ਲਵਾ ਰਹੇ ਨੇ, ਲੰਗਰ ਲਾ ਰਹੇ ਨੇ। ਗਵਰਨਮੈਂਟ ਕਹਿੰਦੀ ਹੈ ਠੰਡਾ ਪੈ ਗਿਆ ਕੰਮ, ਹੁਣ ਕੋਈ ਖਤਰਾ ਹੀ ਨਹੀਂ, ਕਿੰਨਾ ਰਿਲੈਕਸ ਚੱਲ ਰਿਹਾ, ਸਾਨੂੰ ਹੁਣ ਕੀ ਨੁਕਸਾਨ ਕਰਦੇ ਨੇ। ਪਰ ਜਿਹੜਾ ਕੰਮ ਹੈ ਉਹ ਹੋ ਰਿਹਾ। ਉਹ ਗੁਰੂ ਤੇਗ ਬਹਾਦਰ ਸਾਹਿਬ ਪ੍ਰਚਾਰ ਫੇਰੀ ਤੇ ਹੋ ਗਏ, ਹੈ ਨਾ। ਉਹ ਪੁੱਤ ਨੇ ਉਦੋਂ, ਹਜੇ ਸਾਹਮਣੇ ਗੁਰੂ ਹਰਿਰਾਏ ਸਾਹਿਬ ਨੇ, ਸਰਕਾਰ ਠੰਡੀ ਪੈ ਗਈ। ਹਜੇ ਉਹ ਆਏ ਨਹੀਂ ਵਾਪਸ, ਫਟਾਫਟ ਗੁਰੂ ਹਰਿਰਾਏ ਸਾਹਿਬ ਜੀ ਚਲੇ ਗਏ। ਹੁਣ ਸਾਂਭਣਾ ਤਾਂ ਪੈਣਾ ਹੈ। ਉੱਥੇ ਫਿਰ ਡਿਊਟੀ ਲੱਗਦੀ ਹੈ ਕਿ ਗੁਰੂ ਹਰਕ੍ਰਿਸ਼ਨ ਜੀ ਨੂੰ ਬਿਠਾ ਦਿੱਤਾ ਜਾਵੇ, ਕਿਉਂਕਿ ਟੀਮ ਕੰਮ ਕਰਦੀ ਹੈ। ਵੇਖੋ, ਮੇਰੀਆਂ ਨਜ਼ਰਾਂ ਵਿੱਚ ਗੁਰੂ ਨਾਨਕ ਤੇ ਗੁਰੂ ਹਰਕ੍ਰਿਸ਼ਨ ਘੱਟ ਨਹੀਂ। ਕਿਉਂ? ਕਿਉਂਕਿ ਇੱਕ ਨਾ ਫੀਲਡ ਵਿੱਚ ਫੀਲਡਿੰਗ ਕਰਦਾ ਹੈ ਬੰਦਾ, ਉਧਰੋਂ ਉਹਦੇ ਕੋਲ ਤਾਂ ਇੱਕ ਵੀ ਬਾਲ ਨਹੀਂ ਆਈ, ਠੀਕ ਹੈ, ਪਰ ਖੜਾ ਹੈ। ਪਰ ਜਦੋਂ ਟਰੋਫੀ ਮਿਲਦੀ ਹੈ, ਜਿੱਤਦੀ ਹੈ, ਤਾਂ ਸਾਰੀ ਦੀ ਸਾਰੀ ਟੀਮ ਜਿੱਤਦੀ ਹੈ। ਇਹ ਟੀਮ ਦਾ ਕਨਸੈਪਟ ਹੈ। ਜਿਹੜਾ ਟੀਮ ਦਾ ਕਨਸੈਪਟ ਹੁੰਦਾ, ਉਹਦੇ ਵਿੱਚ ਰੋਲ ਘੱਟ ਕਿਹਨੇ ਨਿਭਾਇਆ, ਵੱਧ ਕਿਹਨੇ ਨਿਭਾਇਆ, ਇਹ ਨਹੀਂ ਹੁੰਦਾ, ਠੀਕ ਹੈ। ਉਹਦੇ 'ਚ ਜਾਨ ਕਿੰਨੀ ਕੁ ਸੀ, ਇਹ ਮਸਲਾ ਨਹੀਂ। ਮਸਲਾ ਹੈਗਾ ਕਿ ਜਿੰਨੀ ਡਿਊਟੀ ਮਿਲ ਗਈ ਉਨੀ ਕੀਤੀ ਹੈ ਆਪਣੇ ਮਨੋਂ। ਪਾਤਸ਼ਾਹਾਂ ਦੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਸੋਚ ਹੈ। ਸਾਡਾ ਮੰਨਣਾ ਹੈ ਕਿ ਇੱਕ ਪਲੈਨਿੰਗ ਹੈ, ਜਿਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਆ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਮਿਲੇ ਦਿੱਲੀ 'ਚ। ਮਿਲਣ ਤੋਂ ਬਾਅਦ ਫਿਰ ਉਹ ਬਾਬਾ ਬਕਾਲਾ ਆਏ ਨੇ। ਇਹ ਸ਼੍ਰੋਮਣੀ ਕਮੇਟੀ ਦੇ ਇਤਿਹਾਸ 'ਚ ਲਿਖਿਆ। ਮੈਨੂੰ ਕਹਿੰਦੇ ਨੇ ਵੀ ਇਹ ਭਗਤੀ ਤੇ ਸਵਾਲ ਚੱਕਦਾ ਵੀ, ਇਹ ਸ਼੍ਰੋਮਣੀ ਕਮੇਟੀ ਦੇ ਇਤਿਹਾਸ 'ਚ ਲਿਖਿਆ, ਇਹਨਾਂ ਤੋਂ ਪੜ੍ਹਿਆ ਯਾਰ। ਮਤਲਬ 90% ਲਿਖਾਰੀਆਂ ਨੇ, 95% ਨੇ ਇਹ ਮੰਨਿਆ ਕਿ ਮਹਾਰਾਜ ਉਦੋਂ ਪ੍ਰਚਾਰ ਦੌਰੇ ਤੇ ਸੀ। 5% ਨੇ ਮੰਨਿਆ ਵੀ ਭੋਰੇ 'ਚ ਬਹਿ ਕੇ ਭਗਤੀ ਕਰਦੇ ਸੀ। ਸਾਰੇ ਉਹ ਟਾਈਮ ਕੋਈ ਭੋਰਿਆਂ ਦੇ ਵਿੱਚ ਬਹਿਣ ਦਾ ਨਹੀਂ ਸੀ, ਕੰਮ ਕਰਨ ਦਾ ਸੀ। 6ਵੇਂ ਪਾਤਸ਼ਾਹ ਨੇ ਜਿਵੇਂ ਜਿਵੇਂ ਕੀਤਾ, ਉਹਨਾਂ ਨੇ ਡਿਊਟੀ ਲਾਈ, ਸਾਰੇ ਦੇ ਸਾਰੇ। ਮੇਰੇ ਲਈ ਗੁਰੂ ਨਾਨਕ, ਗੁਰੂ ਹਰਕ੍ਰਿਸ਼ਨ 'ਚ ਫਰਕ ਨਹੀਂ। ਮਾਤਾ ਕਿਸ਼ਨ ਕੌਰ ਸੀ ਉਹਨਾਂ ਦੇ ਮਾਤਾ ਜੀ, ਸਾਰਾ ਰਾਜ ਪ੍ਰਬੰਧ ਸੰਭਾਲਦੇ ਸੀ। ਜੋ ਜਿਵੇਂ ਜਿਵੇਂ ਡਿਊਟੀ ਲੱਗੀ ਸੀ ਵੀ ਉੱਥੇ ਬੈਠਣਾ, ਜੋ ਅਟੈਂਡ ਕਰਨਾ, ਤਾਂ ਕਰਦੇ ਸੀ ਉਹ। ਇਹਦੇ ਵਿੱਚ ਅਸੀਂ ਨਾ ਇੱਦਾਂ ਦਾ ਗੱਲ ਸੋਚੀਏ, ਕਿਉਂਕਿ ਇੱਕ ਪਲੈਨਿੰਗ ਜਦੋਂ ਹੁੰਦੀ ਹੈ, ਇੱਕ ਟੀਮ ਵਰਕ ਕੰਮ ਕਰਦਾ ਤਾਂ ਕੀਤਾ ਜਾਂਦਾ। ਹਾਂਜੀ, ਪਰ ਫਿਰ ਵੀ ਇੱਥੇ ਗੱਲ ਤਾਂ ਖੈਰ ਤਰਕ ਦੀ ਆਉਂਦੀ ਹੈ। ਚਲੋ ਅਸੀਂ ਮੈਂ ਤੁਹਾਨੂੰ ਇੱਕ ਰਾਜਨੀਤੀ, ਕਿਉਂਕਿ ਤੁਸੀਂ ਇਹਨਾਂ ਮਸਲਿਆਂ 'ਤੇ ਬੋਲਦੇ ਰਹਿੰਦੇ ਹੋ, ਰਾਜਨੀਤਿਕ ਮਸਲਿਆਂ 'ਤੇ ਸਟੇਜਾਂ 'ਤੇ ਬੋਲਦੇ ਹੋ, ਅਤੇ ਤੁਹਾਡੇ ਵਿਰੋਧੀ 'ਤੇ ਵੀ ਇਹ ਲੋਕ ਕਹਿੰਦੇ ਨੇ ਕਿ ਹਰਨਾਮ ਸਿੰਘ ਧੁੰਮਾ ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਨੇ, ਹੈ ਨਾ, ਜਾਂ ਸ਼੍ਰੋਮਣੀ ਕਮੇਟੀ ਨੂੰ ਵੀ ਲੋਕ ਸਿੱਧਾ ਹੀ ਕਹਿ ਦਿੰਦੇ ਨੇ ਵੀ ਬਾਦਲਾਂ ਦੀ ਹੈ। ਤੁਹਾਨੂੰ ਇੱਕ ਵੈਸੇ ਇੱਕ ਜਨਰਲ ਸਵਾਲ ਹੈ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ 'ਚ ਕਿੰਨਾ ਕੁ ਫਰਕ ਲੱਗਦਾ? ਜੇ ਪੰਥ ਦੀ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਵੀ ਕੁਝ ਸੰਭਾਲਣ ਦੇ ਵਿੱਚ ਕੀ ਕੁਛ ਹੋਇਆ ਉਸ ਤੋਂ ਬਾਅਦ? ਨਹੀਂ, ਤੁਸੀਂ ਦੋ ਦਾ ਕਾਹਨੂੰ ਪੁੱਛਦੇ ਹੋ? ਤੁਸੀਂ ਸਾਰਿਆਂ ਦਾ ਨਾਲ ਲੈ ਲਓ ਰਾਜਨੀਤਿਕਾਂ ਦਾ। ਪਰਸਨਲ ਤਾਂ ਦੇਖੋ, ਮੈਂ ਉੱਥੇ ਵੀ ਆਉਣਾ ਜੀ। ਮੈਂ ਤਾਂ ਤੁਹਾਨੂੰ ਲੋਕ ਐਂ ਵੀ ਕਹਿ ਦਿੰਦੇ ਨੇ ਕਿ ਇਹਨਾਂ ਦੇ ਵਿਰੋਧੀ ਹਰਨਾਮ ਸਿੰਘ ਧੁੰਮਾ ਜਿਹੜੇ ਉਹ ਅਕਾਲੀ ਦਲ ਦੀ ਸਪੋਰਟ ਕਰਦੇ ਨੇ, ਅਤੇ ਭਾਈ ਰਣਜੀਤ ਸਿੰਘ ਆ ਉਹਨਾਂ ਦਾ ਜਿਹੜਾ ਲੈਣਾ ਦੇਣਾ ਉਹ ਕਾਂਗਰਸ ਦੇ ਨਾਲ ਹੈ। ਨਹੀਂ, ਲੈਣਾ ਦੇਣਾ ਜਾਂ ਤਾਂ ਦੱਸ ਦੇਣ ਕਦੀ ਵੀ ਅਸੀਂ ਕਿਤੇ ਵੋਟਾਂ ਪਾਉਣ ਨੂੰ ਕਿਹਾ। ਹਰਨਾਮ ਸਿੰਘ ਧੁੰਮਾ ਤਾਂ ਸ਼ਰੇਆਮ ਅਰਦਾਸਾਂ ਕਰ ਰਿਹਾ। ਰਣਜੀਤ ਸਿੰਘ ਨੇ ਕਦੇ ਕੋਈ ਅਰਦਾਸ ਕੀਤੀ ਹੈ? ਕੋਈ ਇੱਕ ਸਟੇਟਮੈਂਟ ਮੇਰੀ ਆਈ ਹੋਈ ਹੋਵੇ ਕਿਸੇ ਕਾਂਗਰਸ ਦੇ ਲੀਡਰ ਨੂੰ ਤੁਸੀਂ ਸਪੋਰਟ ਕਰੋ, ਜਾਂ ਪਤਾ ਹੋਵੇ ਵੀ ਇਹ ਇੱਦਾਂ ਕੋਈ ਸਬੂਤ ਹੋਵੇ? ਆਉਂਦੇ ਮੇਰੇ ਕੋਲ ਸਾਰੇ ਰਹੇ ਨੇ, ਈਵਨ ਕਿ ਕਾਂਗਰਸੀਆਂ ਤੋਂ ਵੱਧ ਮੇਰੇ ਕੋਲ ਅਕਾਲੀ ਦਲ ਆਇਆ। ਬਾਬਾ ਅਮਰਿੰਦਰ ਸਿੰਘ ਹੋਣਾ ਨੂੰ ਮੈਂ ਇੱਕ ਵਾਰ ਮਿਲਿਆ, ਪਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਮੈਂ ਘੱਟ ਤੋਂ ਘੱਟ 20 ਵਾਰ ਮਿਲਿਆ। ਉਹ ਆਏ ਵੀ ਇੱਥੇ ਜ਼ਿਆਦਾ ਆ। ਇਸ ਕਰਕੇ ਮੈਂ ਕਹਿ ਰਿਹਾ ਵੀ ਇਹ ਸਵਾਲ ਸਾਰਿਆਂ ਲਈ ਹੈ। ਜਿਹੜਾ ਸਾਡਾ ਢਾਂਚਾ ਹੈ ਨਾ, ਰॉ ਮਟੀਰੀਅਲ, ਉਹ ਬਦਲਣ ਵਾਲਾ। ਉਹ ਤੇ ਭੰਡਾਰੀਆ ਕਿੰਨਾ ਕੁ ਭਾਰ,
ਇੱਕ ਮੁੱਠੀ ਚੁੱਕ ਲਾ ਦੂਜੀ ਤਿਆਰ, ਕੋਈ ਫਰਕ ਨਹੀਂ ਪੈਣਾ। ਸਾਡੀ ਸੋਚ, ਸਾਡਾ ਢਾਂਚਾ ਉਹ ਹੋ ਸਕਦਾ ਚੰਗੇ ਹੋਣ, ਮੰਨ ਲਓ ਲੀਡਰਾਂ ਦੇ ਬੱਚੇ ਚੰਗੇ ਹੋਣ, ਪਰ ਜਿਹੜੇ ਅਸੀਂ ਲੋਕ ਆ ਸਾਡੀ ਸੋਚ ਹੀ ਇਦਾਂ ਦੀ ਹੈ। ਚੰਗਾ ਜੇ ਕੋਈ ਆਉਂਦਾ ਵੀ ਉਹ ਚੰਗਾ ਰਹਿੰਦਾ ਨਹੀਂ, ਬਣ ਜਾਂਦਾ ਉਹ ਜਿਹਾ। ਮੰਨ ਲਓ ਮੈਨੂੰ ਹੁਣ ਕੀ ਬਣਾਇਆ ਜਾ ਰਿਹਾ, ਮੈਂ ਕਹਿੰਦਾ ਸਟੈਂਡ ਲੈਣਾ ਵੀ ਗਲਤ ਕਰਦੇ ਨੇ, ਪਰ ਸਾਰਿਆਂ ਦਾ ਦਬਾਅ ਮੇਰੇ ਤੇ ਕੀ ਹੈ ਵੀ ਉਹੋ ਜਿਹਾ ਬਣ ਜਿਵੇਂ ਚੱਲਦਾ। 100 ਪਾਠ ਰੱਖ ਪਰਮੇਸ਼ਰ ਦਵਾਰ 'ਚ, ਮਹਾਰਾਜ ਦੇ ਸਰੂਪ 100 ਲਿਆ, 100 ਅਖੰਡ ਪਾਠ ਰੱਖ ਲਓ, ਪਰਸੋਂ ਨੂੰ ਭੋਗ ਪਾ ਦਿਓ, ਕਰੋਨੇ ਦਾ ਇਲਾਜ ਹੋ ਰਿਹਾ, ਠੀਕ ਹੈ। ਲੋਕੀ ਕਹਿੰਦੇ ਵਾਹ ਜੀ ਵਾਹ, ਬਾਬਾ ਜੀ ਨੇ ਕੰਮ ਕਿੰਨਾ ਵਧੀਆ ਕੀਤਾ। 11,000 ਅਖੰਡ ਪਾਠ ਦੀ ਭੇਟਾ ਇੱਕ ਦੀ, 3 ਦੇ ਦਿਓ ਪਾਠੀਆਂ ਨੂੰ, 8 ਲੱਖ ਰੁਪਈਆ ਇੱਕ ਅਖੰਡ ਪਾਠ 'ਚੋਂ 8,000 ਬਚ ਗਿਆ, ਠੀਕ ਹੈ। ਤੇ ਤੀਜੇ ਦਿਨ 10 ਲੱਖ 8 ਲੱਖ ਰੁਪਈਆ ਬਚ ਗਿਆ। ਲੋਕਾਂ ਨੇ ਕਹਿਣਾ ਕਿੱਡਾ ਭਲੇ ਦਾ ਕਾਰਜ, ਲੋਕਾਂ ਦੇ ਵਾਸਤੇ ਅਰਦਾਸ ਕੀਤੀ, 100 ਪਾਠ ਚੱਲਿਆ, ਪਰ ਕਿਸੇ ਨੇ ਸੋਚਿਆ ਵੀ 8 ਲੱਖ ਦਾ ਬਿਜ਼ਨਸ ਕਰ ਗਿਆ ਢੱਡਰੀਆਂ ਵਾਲਾ। ਸਮਝਦੇ ਹੋ, ਇਹ ਢਾਂਚਾ ਆ। ਅਗਲਾ ਕਹਿੰਦਾ ਬਾਕੀ ਰਲ ਮਿਲ ਖਾਈ ਜਾਂਦੇ ਨੇ, ਤੂੰ ਵੀ ਖਾਈ ਜਾ। ਰॉ ਮਟੀਰੀਅਲ ਅਜੇ ਮਾੜਾ ਹੈ, ਉਹਨੂੰ ਸੁਧਾਰਨ ਦੀ ਲੋੜ ਹੈ, ਚਾਹੇ ਲੀਡਰ ਕੋਈ ਵੀ ਹੋਵੇ, ਕੋਈ ਫਰਕ ਨਹੀਂ ਪੈਣਾ। ਆਖਰੀ ਸਵਾਲ ਹੈ ਕਿ ਤੁਸੀਂ ਵਿਦੇਸ਼ੀ ਜਿਹੜੇ ਤੁਹਾਡੇ ਸ਼ਰਧਾਲੂ ਨੇ ਜਾਂ ਤੁਹਾਨੂੰ ਚਾਹਣ ਵਾਲੇ ਨੇ, ਸੁਣਨ ਵਾਲੇ ਨੇ, ਉਹ ਜ਼ਰੂਰ ਜਾਣਨਾ ਚਾਹੁੰਦੇ ਨੇ ਕਿ ਵਿਦੇਸ਼ਾਂ ਦੇ ਵਿੱਚ ਤੁਸੀਂ ਕਰੋਗੇ ਦੀਵਾਨ ਅੱਗੇ? ਨਹੀਂ, ਇੱਕ ਸਾਡੇ ਸਥਾਨ ਹੈਗਾ ਅਮਰੀਕਾ ਦੇ ਵਿੱਚ ਜਿਹੜਾ ਸਾਡੇ ਬੰਦਿਆਂ ਨਾਲ ਬਣਾਇਆ, ਉੱਥੇ ਜਾਊਂਗਾ। ਜੇ ਕੋਈ ਸਿਕਿਉਰਿਟੀ ਕਰਕੇ ਪ੍ਰਬੰਧ ਕਰ ਸਕਦਾ ਹੋਊਗਾ ਤਾਂ ਕਰਾਂਗੇ, ਮੈਨੂੰ ਇੱਦਾਂ ਨਹੀਂ ਕੋਈ ਪ੍ਰੋਬਲਮ। ਇੱਥੇ ਮੈਂ ਕਰਦਾ ਹੀ ਹਾਂ ਪਰਮੇਸ਼ਰ ਦਵਾਰ ਵਿੱਚ। ਜਿੱਥੇ ਕੋਈ ਪ੍ਰੋਬਲਮ ਨਾ ਆਵੇ ਤਾਂ ਜਿਹੜੇ ਕੋਈ ਬੰਦੇ ਕਰ ਸਕਦੇ ਨੇ ਉੱਥੇ ਕਰਾਂਗੇ, ਇੱਦਾਂ ਨਹੀਂ ਕੋਈ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਸਮਝੌਤਿਆਂ ਲਈ ਤਿਆਰ ਹੈ? ਕਿਉਂਕਿ ਜਿਹੜੇ ਤੁਹਾਡੇ ਵਿਰੋਧੀਆਂ ਦੀ ਗੱਲ ਛੱਡੋ, ਜਿਹੜੇ ਤੁਹਾਡੇ ਚਾਹਣ ਵਾਲੇ ਉਹ ਤਾਂ ਜ਼ਰੂਰ ਚਾਹੁੰਦੇ ਹੋਣਗੇ ਕਿ ਪੰਜਾਬ 'ਚ ਵੀ ਦੀਵਾਨ ਹੋਣ। ਜੇ ਸਮਝੌਤੇ ਤੁਹਾਨੂੰ ਕਰਨ ਲਈ ਬੁਲਾਇਆ ਜਾਵੇ, ਤੁਹਾਨੂੰ ਆਫਰ ਦਿੱਤੇ ਜਾਣ ਵੀ ਹਾਂ ਵੀ ਤੁਸੀਂ ਇਸ ਗੱਲ 'ਤੇ ਸਮਝੌਤਾ ਕਰੋ, ਹਰਨਾਮ ਸਿੰਘ ਧੂਮਾ ਨਾਲ ਤੁਹਾਡਾ ਸਮਝੌਤਾ ਕਰਾਉਂਦੇ ਆ, ਕੁਛ ਗੱਲਾਂ 'ਤੇ ਤੁਹਾਨੂੰ ਰਾਜੀ ਹੋਣਾ ਪਵੇ? ਸਾਰੀਆਂ ਗੱਲਾਂ 'ਤੇ ਰਾਜੀ ਹੋ ਜਾਊਂਗਾ, ਪਰ ਦਬਕੇ 2 ਮਾਰ ਦੇਣ। ਮੈਂ ਤੁਹਾਨੂੰ ਸ਼ੁਰੂ 'ਚ ਗੱਲ ਕੀਤੀ ਹੈ, ਉਹਨਾਂ ਨੂੰ ਕਹਿਣ ਵੀ ਤੁਸੀਂ ਵੀ ਬੰਦੇ ਬਣ ਜਾਓ, ਤਾਂ ਮੈਨੂੰ ਵੀ ਕਹਿ ਦੇਣਾ, ਨਾਲੇ ਮੇਰੀ ਨਿਮਰਤਾ ਚੈੱਕ ਹੋ ਜੂ ਵੀ ਹੈਗਾ ਜਿੱਦੀ ਹੈ ਕਿ ਉਹ ਜਿੱਦੀ ਹੈ, ਸਾਰਾ ਪਤਾ ਲੱਗ ਜੂ। ਕਿਉਂਕਿ ਇੱਕ ਵਾਰੀ ਬਰਾਬਰ ਕਰਨ ਨਾ, ਉਹਨਾਂ ਨੂੰ ਤਾਂ ਕਿਹਾ ਹੀ ਕੁਛ ਨਹੀਂ, ਦਬਕਿਆ ਤਾਂ ਮੈਨੂੰ ਜਾਂਦਾ। ਫਿਰ ਮੇਰੇ ਵਰਗਾ ਬੰਦਾ ਹੀ ਗੱਲ ਕਹੂਗਾ ਨਾ। ਗੁੰਡਾਗਰਦੀ ਮੇਰੇ ਨਾਲ ਹੁੰਦੀ ਹੈ, ਉਹਨਾਂ ਨਾਲ ਇੱਕ ਵਾਰੀ ਕਰਕੇ ਵੇਖੋ, ਫਿਰ ਪਤਾ ਲੱਗੂ ਵੀ ਗੁੰਡੇ ਕਹਿਣਗੇ, ਉਹਨਾਂ ਨੇ ਕਹਿਣਾ ਕਾਹਨੂੰ ਹੈ। ਉਹਨਾਂ ਦੀਆਂ ਤਾਂ ਕਲਮਾਂ ਬੋਲਦੀਆਂ, ਉਹਨਾਂ ਨੇ ਫੋਨ ਕਰ ਦੇਣਾ ਵੀ ਇਹਨਾਂ ਦਾ ਐਂ ਕਰ ਦਿਓ, ਬਸ ਹੋ ਜਾਣਾ। ਸੋ ਬਹੁਤ ਸ਼ੁਕਰੀਆ ਜੀ ਸਾਨੂੰ ਸਮਾਂ ਦੇਣ ਦੇ ਲਈ, ਤੇ ਬਹੁਤ ਕਮਾਲ ਦੀਆਂ ਗੱਲਾਂ ਤੁਹਾਡੇ ਨਾਲ ਹੋਈਆਂ। ਸਾਨੂੰ ਉਮੀਦ ਹੈ ਕਿ ਦਰਸ਼ਕਾਂ ਦੇ ਕਈ ਸਵਾਲ ਕਲੀਅਰ ਹੋਏ ਹੋਣਗੇ। ਸਾਨੂੰ ਸਮਾਂ ਦੇਣ ਲਈ ਸ਼ੁਕਰੀਆ। ਸੋ ਇਹ ਸਨ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਔਰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਪਿਛਲੀ ਵਾਰ ਵੀ ਇਹਨਾਂ ਨੂੰ ਇੰਟਰਵਿਊ ਕੀਤਾ ਸੀ, ਉਦੋਂ ਵੀ ਇਹਨਾਂ ਨੇ ਇਹੀ ਕਿਹਾ ਸੀ ਕਿ ਇਹ ਹਰ ਗੱਲ ਦੇ ਉੱਤੇ ਆਉਣ ਲਈ ਤਿਆਰ ਨੇ, ਪਰ ਅਕਾਲ ਤਖਤ ਵੱਲੋਂ ਜਿਹੜਾ ਇਨਸਾਫ ਹੈ, ਜਥੇਦਾਰ ਵੱਲੋਂ ਜਿਹੜਾ ਇਨਸਾਫ ਉਹ ਸਹੀ ਤਰੀਕੇ ਨਾਲ ਕੀਤਾ ਜਾਵੇ। ਔਰ ਉਹ ਮਤਲਬ ਜਿਹੜੇ ਦੂਜੀ ਧਿਰ ਹੈ ਜਿਹਨੂੰ ਅੱਜ ਤੱਕ ਕੁਛ ਨਹੀਂ ਕਿਹਾ ਗਿਆ, ਇਹਨਾਂ ਦੇ ਇਲਜ਼ਾਮ ਨੇ ਕਿ ਉਹਨਾਂ ਨੂੰ ਲਾਡਲਿਆਂ ਵਾਂਗੂ ਪਾਲਿਆ ਜਾ ਰਿਹਾ, ਔਰ ਉਹਨਾਂ ਨੂੰ ਮਤਲਬ ਉਹਨਾਂ 'ਤੇ ਵੀ ਜਿਹੜਾ ਰੋਬ ਮਾਰਿਆ ਜਾਵੇ ਜਾਂ ਉਹਨਾਂ ਨੂੰ ਵੀ ਪੁੱਛ-ਦੱਸ ਕੀਤੀ ਜਾਵੇ। ਸੋ ਸਾਨੂੰ ਉਮੀਦ ਹੈ ਕਿ ਤੁਸੀਂ ਇਸ ਗੱਲਬਾਤ ਦੇ ਵਿੱਚੋਂ ਕਾਫੀ ਕੁਝ ਤੁਹਾਨੂੰ ਮਿਲਿਆ ਹੋਣਾ, ਕਾਫੀ ਸਵਾਲ ਕਲੀਅਰ ਕੀਤੇ ਹੋਣਗੇ। ਇੱਕ ਨਵੇਂ ਸ਼ਖਸੀਅਤ ਦੇ ਨਾਲ ਬਹੁਤ ਜਲਦੀ ਮਿਲਾਂਗੇ। ਤਦ ਤੱਕ ਲਈ ਮੈਨੂੰ ਗੁਰਪਾਲ ਸਿੰਘ ਬਰਾੜ ਨੂੰ ਦੇ ਇਜਾਜ਼ਤ। ਦੇਖਦੇ ਰਹੋ ਜ਼ਿੰਦਾਬਾਦ ਚੈਨਲ। ਧੰਨਵਾਦ।